ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਲਰਨ ਪੰਜਾਬੀ ਵਿਦ ਜਗਜੀਤ ਸਰ ਇਸ ਚੈਨਲ ਤੇ ਆਪ ਸਾਰੇ ਵਿਦਿਆਰਥੀਆਂ ਸਿੱਖਿਆਰਥੀਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਅੱਜ ਅਸੀਂ 9ਵੀਂ ਜਮਾਤ ਦੀ ਜੋ ਪੁਸਤਕ ਹੈ ਵੰਨਗੀ, ਉਸ ਦਾ ਇੱਕ ਇਕਾਂਗੀ यानी छोटा नाटक ਪੰਜਾਬੀ ਸਾਹਿਤਿਕ ਵਿਧਾ ਹੈ, ਇੱਕ ਸਰੂਪ ਹੈ, ਇੱਕ ਫਾਰਮ ਹੈ ਜਿਸ ਵਿੱਚ ਕਿਸੇ ਇੱਕ ਸਮੱਸਿਆ ਨੂੰ, ਕਿਸੇ ਇੱਕ ਦ੍ਰਿਸ਼ ਨੂੰ ਥੋੜ੍ਹੇ ਜਿਹੇ ਪਾਤਰਾਂ ਨਾਲ ਨਿਭਾਇਆ ਜਾਂਦਾ ਹੈ। ਤੇ ਇਹ ਜੋ ਇਕਾਂਗੀ ਹੈ, ਇਕਾਂਗੀਕਾਰ ਜੋ ਸਭ ਤੋਂ ਪਹਿਲੇ ਨਾਟਕਕਾਰ ਨੇ ਪੰਜਾਬੀ ਸਾਹਿਤ ਦੇ, ਜਿਸ ਨੂੰ ਆਧੁਨਿਕ ਪੰਜਾਬੀ ਨਾਟਕਾਂ ਦਾ ਪਿਤਾਮਾ ਕਿਹਾ ਜਾਂਦਾ ਹੈ, ਈਸ਼ਵਰ ਚੰਦਰ ਨੰਦਾ यानी IC ਨੰਦਾ, ਜਿਸ ਨੇ ਨੋਰਾ ਰਿਚਰਡ ਦੇ ਕਹਿਣ ਤੇ ਮਾਰਗਦਰਸ਼ਨ ਵਿੱਚ ਪੱਛਮੀ ਲੀਹਾਂ ਤੇ ਪੱਛਮੀ ਪੈਟਰਨ ਤੇ ਆਪਣੇ ਨਾਟਕਾਂ ਦਾ ਆਰੰਭ ਕੀਤਾ। ਇੱਕ ਛੋਟਾ ਜਿਹਾ ਨਾਟਕ ਹੈ ਜਿਸ ਵਿੱਚ ਸਮਕਾਲੀ ਸਮਾਜ ਦੀ ਰਿਐਲਿਟੀ ਵਾਲੀ यानी ਯਥਾਰਥਕ ਪੇਸ਼ਕਾਰੀ ਹੈ। ਇਸ ਵਿੱਚ ਕੋਈ ਬਹੁਤ ਗੈਰ ਗੰਭੀਰ ਗੱਲ ਨਹੀਂ ਹੈ, ਪਰੰਤੂ ਇੱਕ ਖਾਸ ਗੱਲ ਨੂੰ ਬੜੇ ਹਲਕੇ ਫੁਲਕੇ ਢੰਗ, ਬੜੇ ਰੋਚਕ ਢੰਗ ਨਾਲ ਪੇਸ਼ ਕੀਤਾ ਗਿਆ। ਅੰਦਾਜ਼ ਹਲਕਾ ਫੁਲਕਾ ਰੋਚਕ ਢੰਗ ਹੈ। ਇਹ ਜੋ ਗੁਣ ਹੈ IC ਨੰਦਾ ਦੇ ਸਾਰੇ ਨਾਟਕਾਂ ਜਾਂ ਛੋਟੇ ਨਾਟਕਾਂ यानी ਇਕਾਂਗੀ ਵਿੱਚ ਵੇਖਣ ਨੂੰ ਮਿਲਦਾ ਹੈ। ਹੁਣ ਜਦੋਂ ਅਸੀਂ ਇਸ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਮੌਨਧਾਰੀ ਇਕਾਂਗੀ ਹੈ, ਇਸ ਇਕਾਂਗੀ ਦਾ ਨਾਮ ਹੈ ਮੌਨਧਾਰੀ। ਤੇ ਮੌਨਧਾਰੀ ਇਕਾਂਗੀ ਦਾ ਜੋ ਪਾਤਰ ਹੈ, ਇੱਕ ਤਾਂ ਹਰੀ ਚੰਦ ਹੈ। ਹਰੀ ਚੰਦ 60 ਕੁ ਸਾਲ ਦਾ ਬਿਮਾਰ ਹੈ। ਉਹ ਇੱਕ ਹਸਮੁਖ ਤਰੀਕੇ ਦਾ ਬੰਦਾ ਹੈ, ਹਸਮੁਖ ਸੁਭਾਅ ਦਾ ਬੰਦਾ ਹੈ, ਜਿਹੜਾ ਕਿ ਕਿਸੇ ਗੱਲ ਨੂੰ ਬੜੇ ਹਸਮੁਖ ਤਰੀਕੇ ਨਾਲ ਨਿਭਾਉਂਦਾ ਹੈ, ਯਾਨੀ ਉਸਨੂੰ ਜਿਹੜਾ ਉਹ ਸੁਣਦਾ ਔਰ ਕਰਦਾ। ਦੂਸਰੀ ਗੱਲ ਹੈ ਰਾਮ ਪਿਆਰੀ, ਜਿਹੜੀ ਉਸਦੀ ਪਤਨੀ ਹੈ। ਹਰੀ ਚੰਦ ਰਾਮ ਪਿਆਰੀ ਪਤਨੀ ਹੈ। ਹਰੀ ਚੰਦ 60 ਸਾਲ ਦਾ ਹੈ। ਰਾਮ ਪਿਆਰੀ ਦੀ ਉਮਰ ਇਸ ਨਾਟਕ ਵਿੱਚ ਨਹੀਂ ਲਿਖੀ। ਉਹ ਭੈ ਭਾਵਨੀ ਵਾਲੀ ਹੈ, ਰੱਬ ਤੋਂ ਡਰਨ ਵਾਲੀ ਹੈ, ਅਧਿਆਤਮਿਕ ਕਰਮ ਕਰਨ ਵਾਲੀ ਹੈ, ਦਾਨ ਪੁੰਨ ਕਰਨ ਵਾਲੀ ਹੈ, ਸੇਵਾ ਪਾਵਰ ਦਇਆ ਭਾਵਨਾ ਵਾਲੀ ਹੈ। ਇਸ ਤੋਂ ਇਲਾਵਾ ਇਸ ਨਾਟਕ ਵਿੱਚ ਇੱਕ ਕਿਸ਼ੋਰ ਚੰਦ ਹੈ, ਜਿਹੜਾ ਕਿ ਹਰੀ ਚੰਦ ਔਰ ਰਾਮ ਪਿਆਰੀ ਦਾ ਪੁੱਤਰ ਹੈ। ਉਮਰ 30 ਸਾਲ ਹੈ, ਪੜ੍ਹਿਆ ਲਿਖਿਆ ਹੈ, ਚੇਤਨ ਹੈ, ਸਰਕਾਰੀ ਮੁਲਾਜ਼ਮ ਹੈ, ਸਰਕਾਰੀ ਕੁਆਟਰ ਵਿੱਚ ਰਹਿੰਦਾ ਹੈ। ਔਰ ਇਸ ਤੋਂ ਇਲਾਵਾ ਕਿਉਂਕਿ ਉਹ ਸੂਝਵਾਨ ਹੈ, ਉਸ ਸਮੇਂ ਜੋ ਚੱਲ ਰਹੀ ਸੀ, ਜੋ ਰੈਨੈਂਸੇ ਹਿੰਦੁਸਤਾਨ 'ਚ ਚੱਲ ਰਹੀ ਸੀ, ਯਾਨੀ ਜਨ ਜਾਗਰਣ, ਪੁਨਰ ਜਾਗਰਣ ਜੋ ਹਿੰਦੁਸਤਾਨ 'ਚ ਚੱਲ ਰਿਹਾ ਸੀ, ਜਿਸ ਵਿੱਚ ਧਰਮ ਦੇ ਨਾਮ 'ਤੇ, ਭੇਖਾਂ ਦੇ ਆਧਾਰ 'ਤੇ ਭਾਰਤੀ ਆਮ ਸਧਾਰਨ ਲੋਕਾਂ ਨੂੰ ਲੁੱਟਣ ਵਾਲੇ ਲੋਕਾਂ ਦੇ ਖਿਲਾਫ ਜੋ ਲਹਿਰ ਚੱਲ ਰਹੀ ਸੀ, ਯਾਨੀ ਪਾਖੰਡਵਾਦ ਦੇ ਖਿਲਾਫ, ਉਸ ਦਾ ਸਮਰਥਨ ਕਰਦਾ ਹੈ, ਭੇਖੀ ਸਾਧੂ ਨੂੰ ਨਿੰਦਦਾ ਹੈ ਤੇ ਕਰਮਕਾਂਡ ਦੇ ਵਿਰੁੱਧ ਹੈ। ਕਿਸ਼ੋਰ ਚੰਦ ਜਿਹੜਾ ਕਿ ਹਰੀ ਚੰਦ ਰਾਮ ਪਿਆਰੀ ਦਾ ਪੁੱਤਰ ਹੈ। ਧਰਮ ਦੇ ਨਾਂ 'ਤੇ ਜੋ ਪਖੰਡੀ ਲੋਕ ਆਰਥਿਕ ਔਰ ਮਾਨਸਿਕ ਲੁੱਟ ਕਰਦੇ ਹੈ ਆਮ ਭਾਰਤੀ ਜਨਤਾ ਦੀ, ਆਮ ਹਿੰਦੂ ਸਮਾਜ ਦੀ, ਉਸ ਦਾ ਪ੍ਰਬਲ ਵਿਰੋਧ ਕਰਦਾ ਹੈ। ਇਹ ਜੋ ਧਾਰਮਿਕ ਲੁੱਟ ਹੈ ਇਹ ਸਾਰੇ ਧਰਮਾਂ 'ਚ ਦੇਖਣ ਨੂੰ ਮਿਲਦੀ ਹੈ, ਪਰ ਇਹ ਜੋ ਨਾਟਕ ਹੈ ਇਸ ਵਿੱਚ ਜੋ ਹਰੀ ਚੰਦ ਰਾਮ ਪਿਆਰੀ ਦਾ ਪੁੱਤਰ ਕਿਸ਼ੋਰ ਚੰਦ, ਜੋ ਆਪਣੇ ਸਮਾਜ, ਆਪਣੇ ਧਰਮ ਵਿੱਚ ਇਹਨਾਂ ਸਾਧੂਆਂ ਵੱਲੋਂ ਹੋ ਰਹੀ ਲੁੱਟ ਦਾ ਪ੍ਰਬਲ ਵਿਰੋਧ ਕਰਦਾ ਹੈ, ਕਰਮਕਾਂਡ ਦੇ ਵਿਰੁੱਧ ਹੈ। ਫਿਰ ਆਉਂਦੀ ਗੱਲ ਮੌਨਧਾਰੀ ਔਰ ਸਾਧੂ ਦੀ। ਮੌਨਧਾਰੀ ਔਰ ਸਾਧੂ ਅਚਾਨਕ ਆਉਂਦੇ ਨੇ। ਪਹਿਲੇ ਲੱਗਦਾ ਹੈ ਵੀ ਉਹ ਵਹਿਮ ਭਰਮ ਵਾਲੇ ਨੇ, ਲੋਕਾਂ ਨੂੰ ਭੇਖ ਦੇ ਨਾਂ 'ਤੇ, ਪਹਿਰਾਵੇ ਦੇ ਨਾਂ 'ਤੇ ਗੁੰਮਰਾਹ ਕਰਨ ਵਾਲੇ ਨੇ, ਔਰ ਇਸ ਤਰ੍ਹਾਂ ਉਹ ਆਪਣੀਆਂ ਮਿੱਠੀਆਂ ਪਿਆਰੀਆਂ ਚੌਪੜੀਆਂ ਗੱਲਾਂ ਨਾਲ ਲੋਕਾਂ ਨੂੰ ਠੱਗਦੇ ਨੇ। ਪਰੰਤੂ ਜਦੋਂ ਆਖਰ 'ਚ ਜਿਹੜਾ ਭੇਦ ਖੁੱਲ੍ਹਦਾ, ਪਤਾ ਲੱਗਦਾ ਨਹੀਂ ਉਹ ਗੁੰਮਰਾਹ ਨਹੀਂ ਕਰ ਰਹੇ, ਦਰਅਸਲ ਸੱਚਮੁੱਚ ਉਹ ਪੁਲਿਸ ਮੁਲਾਜ਼ਮ ਨੇ ਜੋ ਕਿਸੇ ਕੇਸ ਨੂੰ ਸੁਲਝਾਉਣ ਦੇ ਯਤਨ ਵਿੱਚ ਨੇ। ਇਸ ਤੋਂ ਇਲਾਵਾ ਇਸ ਇਕਾਂਗੀ ਵਿੱਚ ਮਦਨ ਲਾਲ ਨਾਂ ਦਾ ਇੱਕ ਹੋਰ ਪਾਤਰ ਹੈ, ਜਿਹੜਾ ਕਿ ਰਾਮ ਪਿਆਰੀ ਦਾ ਭਣੇਵਾ ਹੈ। ਭਣੇਵਾ ਜਾਣ ਦਾ ਮਤਲਬ ਹੈ ਵੀ ਰਾਮ ਪਿਆਰੀ ਦੀ ਭੈਣ ਹੈ ਗਿਆਨੋ, ਇਹ ਧਿਆਨ ਰੱਖਣਾ, ਗਿਆਨੋ। ਰਾਮ ਪਿਆਰੀ ਦੀ ਭੈਣ ਹੈ ਗਿਆਨੋ, ਉਸਦਾ ਪੁੱਤਰ ਹੈ। ਬੜੇ ਚਿਰਾਂ ਬਾਅਦ ਦੇਖਿਆ। ਉਹਦੀ ਉਮਰ ਵੀ ਕਿਸ਼ੋਰ ਚੰਦ ਵਾਂਗੂ 30 ਕੁ ਸਾਲ ਦੀ ਹੈ। ਉਹਦਾ ਹੁਲੀਆ ਬੜਾ ਅਜੀਬ ਜਿਹਾ, ਇੱਕਦਮ ਲੁੱਟਿਆ ਪੁੱਟਿਆ ਜਿਹਾ ਹੁਲੀਆ, ਪਜਾਮਾ ਪਾਇਆ, ਬਟਨ ਜਿਹੜੇ ਨੇ ਉਹ ਅੱਗੇ ਪਿੱਛੇ ਲੱਗੇ ਹੋਏ ਨੇ, ਉਹਨੇ ਉੱਤੇ ਕੋਟ ਵੀ ਪਾਇਆ, ਕੋਟ ਤੋਂ ਜੀ ਕਮੀਜ਼ ਝਾਕ ਰਹੀ ਹੈ, ਔਰ ਉਹਦੀ ਪੱਗ ਥੱਲੇ ਜਿਹੜਾ ਉਹਨੇ ਲਪੇਟੀ ਹੋਈ ਹੈ ਉਹਦੇ ਥੱਲੇ ਇੱਕ ਪੱਟੀ ਬੰਨੀ ਹੈ। ਇਹਦਾ ਮਤਲਬ ਉਹ ਕਿਸੇ ਗਬਨ ਜਾਂ ਕਿਸੇ ਅਪਰਾਧ, ਕਿਸੇ ਆਰਥਿਕ ਅਪਰਾਧ 'ਚ ਸ਼ਾਮਲ ਸੀ। ਇਸ ਮਦਨ ਲਾਲ ਨੇ, ਜਿਹੜਾ ਕਿ ਇਸ ਦਾ ਭਣੇਵਾ ਹੈ ਰਾਮ ਪਿਆਰੀ ਦਾ, ਉਮਰ 30 ਸਾਲ ਹੈ, ਇਸ ਨੇ ਆਪਣੇ ਸਾਥੀ ਕਲਰਕ, ਆਪਣੇ ਦਫ਼ਤਰ ਦੇ ਕਲਰਕ ਭੂਸ਼ਣ ਨਾਲ ਮਿਲ ਕੇ 48,000 ਦਾ ਗਬਨ ਕੀਤਾ, ਯਾਨੀ ਉਸ ਰਕਮ ਨੂੰ ਖੁਰਦ-ਬੁਰਦ ਕੀਤਾ, ਬੇਈਮਾਨੀ ਕੀਤੀ ਹੈ। ਤੇ ਜਿਹੜੀ ਪੁਲਿਸ ਹੈ ਉਸ ਕੇਸ ਵਿੱਚ ਇਸ ਨੂੰ ਲੱਭਦੀ ਫਿਰ ਰਹੀ ਹੈ। ਜਦੋਂ ਮਦਨ ਲਾਲ ਆਪਣੀ ਪਛਾਣ ਲੁਕਾਉਂਦਾ ਹੋਇਆ, ਲੁਕਦਾ ਛਿਪਦਾ ਰਾਮ ਪਿਆਰੀ ਹਰੀ ਚੰਦ ਦੇ ਘਰ ਆਉਂਦਾ, ਉਸ ਨੂੰ ਅੰਦਰ ਵਾੜ ਲੈਂਦੇ ਹੈ ਤੇ ਉਸ ਦਾ ਜੋ ਸਨਾਖਤੀ ਨਿਸ਼ਾਨ ਹੈ, ਜੋ ਉਸ ਦੀ ਪਹਿਚਾਣ ਚਿੰਨ੍ਹ ਹੈ, ਮੱਥੇ ਤੇ ਚੋਟ ਦਾ ਨਿਸ਼ਾਨ ਹੈ, ਉਸ ਨੂੰ ਉਸਨੇ ਪੱਟੀ ਨਾਲ ਟਕਿਆ ਹੋਇਆ ਤੇ ਉਸ ਦੇ ਰਾਹੀਂ ਉਸ ਨੂੰ ਪਛਾਣ ਜਾਂਦੀ ਹੈ। ਇਹ ਜੋ ਭਗੌੜਾ ਹੈ,
जो मदन लाल है एक भगोड़ा है, खोटी किस्मत कहता है और बिल्कुल बेअकल है और लालची है और छोटी जी लालच में आके अद्धो अध के लालच भी 48,000 का गबन करांगे और अद्धो अध असी आपस में वंड लांगे। परंतु क्लर्क भूषण ने गबन भी किया और इस मदन लाल के अनुसार सारा पैसा भी लग गया, लै गया और मदन लाल उत्ते नां लाता कि पैसे इस दे कोल ने। इस तरह जो मोहनधारी और साधु जो दरअसल में पुलिस के मुलाजम ने, जो इंस्पैक्टर ने और पुलिस के कांस्टेबल ने इसनों पकड़ के लै जाते हैं। मोहनधारी दरअसल पुलिस वाले का नाम है। हुण जो असीं यह देखिए भी IC नंदा, ईश्वर चंद्र नंदा ने इस नाटक का नाम मोहनधारी क्यों रखा, क्योंकि जिन्नी भी स्थिति जी उलझदी है उसनों जो पुलिस वाला मोहनधारी रूप होके साधु होके तो इस स्थिति को सुलझा दिंदा है। इस करके उसके वखरे या विशेष या प्रमुख कार्य करके IC नंदा, ईश्वर चंद्र नंदा ने अपने इस एकांगी, इस छोटे नाटक का नाम मोहनधारी रखा। लो जी इसकी हुण मुख स्टोरी पढ़ते हैं। हैडिंग है मोहनधारी ईश्वर चंद्र नंदा। राम प्यारी अधखड़ उम्र की 30वीं है, यह पात्र है। हरिचंद राम प्यारी का घर वाला है, उम्र लगभग 60 साल, सेहत खराब रही है। मदन लाल 30-32 साल का नौजवान है। राम प्यारी का भणेवा जिदा असीं गल कर चुके हैं। साधु है, उम्र 35 साल 40 साल के करीब। मोहनधारी उम्र लगभग 50 साल। पहले साधु का मोहनधारी जोटीधार है, जोटीधार का मतलब साथी है। किशोर चंद हरिचंद का लड़का जिस बारे असीं गल कर चुके हैं, 30 साल का है, पढ़िया लिखा है, चेतन है, सरकारी मुलाजम है और धर्म के नाँ से जी लुट पखंड होंगे है उसका यह विरोध करता है। सरकारी दफ्तर असिस्टेंट है, सहायक है। शाम का वक्त है 5 बजे का। जमाना अजकल का मॉडर्न जमाना है। स्थान किशोर चंद का सरकारी क्वार्टर है। यदा मतलब घर हरिचंद ते राम प्यारी दे नहीं, सगों वो अपने पुत्र किशोर चंद के कोल सरकारी क्वार्टर में रहिंदे ने। हुण एकांगी विच नाटक विच पहले स्टेज की जिहड़ी डिटेल दी जाती है। डिटेल है पड़दा उठन के क्वार्टर का बरांडा नज़र आता है, यानी एक विहड़ा नज़र आता है। बरांडे के अगे 2 नीवियां पौड़ियां ने, पौड़ी के अगे छोटा जिहा विहड़ा है। विहड़े के खब्बे पासे आउण जाण का दरवाजा, बरांडे के विचकार एक दरवाजा कमरे च खुलदा है। दरवाजा अध खुला पिया दिसदा है। बरांडे के सज्जे पासे दूजे कमरे का बंद दरवाजा नज़र आता है। बरांडे के सज्जे खब्बे सिरिਆਂ ते 2 थंब ने, पिलर खड़े किए ने सहारा देने लई। बरांडे में एक चारपाई पई है। अध खुले दरवाजे के कोल एक आराम कुर्सी ते एक होर कुर्सी दरवाजे के कुछ अगे पई है। राम प्यारी एक पटड़ी उत्ते यानी एक चौंकी उत्ते बैठी सब्जी चीर रही है। यानी यह पूरा दृश्य है जो नाटक शुरू होंदा है तो दर्शकों या पाठकों उत्थे की कोई नज़र आना चाहिए। इस तरह का पूरा जो दृश्य है वो IC नंदा ने पहले पैरे में उलीक दिता है, शब्दां राहीं चित्र सिरज दिता है। हुण राम प्यारी आखदी है सब्जी चीरदी हुई, खाए कोई की सब्जी नूं तां अग लगी हुई है। इन्ने चिर नूं हरिचंद खंघदा विचकारले दरवाजे चों बाहर आंदा है। एक हाथ में दवाई की शीशी है, दूजे हाथ में एक मुठ वाली सोटी है, नहीं उत्तों जिहड़े मोटी गोल बड़ी मुठ वाली सोटी है। सिर ते साफा बन्निया उसने, जिहदा तुरा उठिया होया जापदा है और शमला पिछे लटकदा है। तुरा का मतलब है पाकिस्तान में रहने वाले, पेशावर के रहने वाले जो हिंदू समाज के लोग सी उस समय बड़े शान शौकत वाले सी। जिहड़ा जो पग बनते हैं पुराने पंजाब के स्टाइल की, तो जिहड़ा आखिरी लड़ हुंदा है उसनूं विच टुंग के तो उसनूं इदां बाहर छड्ड लैंदे है। इस तरह वो अपना पग का आखिरी लड़ इस तरह टुंग के फिर इत्थे जिहड़ा वो तुरा छड्ड दिंदे है। उस तो बाद पिछे जिहड़ा लड़ असीं इदां टंग लैंदे आ, उन्होंने बहुत लंबा थल्ले तक छड्डिया हुंदा है, उन्होंने कहते शमला। तो यदी बड़ी टौर हुंदी सी उस समय जो पाकिस्तान अजे बनया नहीं सी और पंजाब का पूरा इलाका, यह जो हिंदू समाज के पंजाबी हुंदे सी बड़े शान शौकत नाल वो जरी दे उस तरह का एक इत्थे टुकड़ा हुंदा सी, उस उत्ते आले दुआले पग बंदे सी और बड़े इज्जतदार लोग उस समय उस पाकिस्तान के इलाके में मन्ने जाते सी और मुसलमानों वालों, सिखां वालों और हिंदुओं वालों बड़े वो सत्कारयोग मन्ने जाते, क्योंकि पग जी सी उसदा बड़ा टौर हुंदा सी। खुला पजामा, लम्मा कोट, पैरी गुरगाबी शक्ल के स्लीपर, ठिब्बे जे पुराने यानी पुराना यानी गरीब जिहा दस्सिया उन्होंने। हरिचंद सीधा ही बरांडे दीयां पौड़ियां उतर के बाहर नूं जाण लगदा है। जदों दरवाजे के कोल पुजदा है राम प्यारी उसनूं बुलांदी है। राम प्यारी कित्थे चले हो? हरिचंद सिर पवा के ते खिच के ढट्ठे खूह च। राम प्यारी हाय हाय सुख दी बोली बोलो, की हो गया है तुहाडी मत नूं? हरिचंद कहंदा तुहानूं किन्नी वारी कहा कि जांदे नूं पिछों आवाज़ ना मारिया करो। राम प्यारी ते की हो गया फिर, कित्थे चले हो? हरिचंद हत्थ वाली शीशी दिखा के, दवाई जिहड़ी है उहदे लई शीशी पवाउण लई, दवाई पवाउण लई शीशी लैके जा रहे हैं। हत्थ वाली शीशी दिखा के वेखदी नहीं डॉक्टर कोल, छेती मुड़ना भला। हरिचंद तो होर मैं उत्थे शतरंज की बाजी लाउण चलिया। जांदा जांदा दरवाजे नूं अद्धा खुला छड़ जांदा है। राम प्यारी एक तो डॉक्टर साडी बुद्ध मार छड्डी है, रोज़ दवाइयां ना बीमारी जाती है ना दवाइयां मुकदियां ने, साह भर के हे राम। इस वेले दरवाजे विचों आवाज़ आती है, आवाज़ बीबी जी 14 नंबर क्वार्टर इहो है,
ਰਾਮ ਪੈਰੀ ਉੱਠ ਕੇ ਦਰਵਾਜ਼ੇ ਵੱਲ ਜਾਂਦੀ ਹੈ। ਇਹੋ ਹੈ ਕਿਉਂ ਕੀ ਹੈ, ਇੱਕ ਛੋਕਰਾ ਯਾਨੀ ਇੱਕ ਜਿੱਦਾਂ ਰਿਕਸ਼ੇ ਵਾਲਾ ਵਗੈਰਾ ਹੁੰਦਾ ਨਾ, ਇੱਕ ਛੋਕਰਾ ਆਪਣੇ ਸਿਰ ਤੇ ਇੱਕ ਨਿੱਕੀ ਜਿਹੀ ਟਰੰਕੀ ਯਾਨੀ ਸੰਦੂਕ ਚੁੱਕ ਕੇ ਉਤਾਰ ਕੇ ਦਰਵਾਜ਼ੇ ਦੇ ਵਿੱਚ ਰੱਖ ਦਿੰਦਾ ਰਾਮ ਪੈਰੀ। ਇਹ ਕਿਹਦਾ ਹੈ? ਕੁੱਲੀ ਬਿਨਾਂ ਕੋਈ ਦੱਸਿਆ ਬਾਹਰ ਨੂੰ ਚਲਾ ਜਾਂਦਾ। ਵੇ ਹੋਰ ਕਿਸੇ ਘਰ ਦਾ ਹੋਣਾ ਹੀ, ਲੈ ਜਾ ਇਹਨੂੰ। ਕੁੱਲੀ ਬਾਹਰੋਂ ਹੀ ਇਸੇ ਨੰਬਰ ਦਾ ਜੀ। ਉਹ ਕਹਿੰਦਾ ਚਲਿਆ ਜਾਂਦਾ। ਰਾਮ ਪੈਰੀ ਇਸੇ ਨੰਬਰ ਦਾ? ਹੈਰਾਨੀ ਨਾਲ, ਸਾਡੇ ਘਰ ਕੌਣ ਆਉਣ ਵਾਲਾ ਹੈ? ਦਰਵਾਜ਼ਾ ਭੀੜ ਕੇ ਨਹੀਂ ਬੰਦ ਕਰਕੇ ਪਟਰੀ ਤੇ ਜਾ ਬੈਠਦੀ ਹੈ, ਸਬਜ਼ੀ ਚੀਰਨ ਲੱਗ ਪੈਂਦੀ ਹੈ। ਛੇਤੀ ਦਰਵਾਜ਼ਾ ਖੜਕਦਾ ਹੈ। ਰਾਮ ਪੈਰੀ ਮੁੜ ਕੇ ਦੇਖਦੀ ਹੈ, ਮਦਨ ਲਾਲ ਦਰਵਾਜ਼ੇ ਵਿੱਚੋਂ ਹੌਲੀ ਜਿਹੀ ਸਿਰ ਕੱਢ ਕੇ ਅੰਦਰ ਨੂੰ ਝਾਕਦਾ ਹੈ। ਰਾਮ ਪੈਰੀ ਕੌਣ ਹੈ? ਮਦਨ ਅੰਦਰ ਵੜ ਕੇ, ਮੈਂ ਮਾਸੀ ਜੀ ਨਮਸਤੇ। ਰਾਮ ਪੈਰੀ ਉਸ ਨੂੰ ਦੇਖ ਕੇ ਪਛਾਣਦੀ ਰਹਿ ਜਾਂਦੀ ਹੈ, ਯਾਨੀ ਉਹ ਬੜੇ ਚਿਰਾਂ ਬਾਅਦ ਮਿਲਿਆ, ਉਹਦਾ ਹੁਲੀਆ ਵੀ ਉਸ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ ਉਸਨੇ ਉਸ ਨੂੰ ਪਹਿਲੇ ਵੇਖਿਆ ਹੋਏਗਾ, ਅਤੇ ਇਸ ਤਰ੍ਹਾਂ ਉਸ ਨੂੰ ਸਿਆਣਨ ਦੀ ਪਛਾਣਨ ਦੀ ਕੋਸ਼ਿਸ਼ ਕਰਦੀ ਹੈ। ਮਦਨ ਦਾ ਹੁਲੀਆ ਕੁਝ ਵਿਗੜਿਆ। ਹੁਣ ਉਹ ਸਾਰਾ ਇਸ ਪੈਰੇ ਵਿੱਚ ਮਦਨ ਦੇ ਹੁਲੀਏ ਬਾਰੇ ਗੱਲ ਕਰੇਗੀ, ਯਾਨੀ ਮਦਨ ਦੇ ਹੁਲੀਏ ਬਾਰੇ ਜੋ ਨਾਟਕਕਾਰ ਹੈ, ਇਕਾਂਗੀਕਾਰ ਈਸ਼ਵਰ ਚੰਦ ਨੰਦਾ, IC ਨੰਦਾ, ਉਹ ਗੱਲ ਕਰੇਗਾ। ਉਹ ਕਹਿੰਦਾ ਮਦਨ ਦਾ ਹੁਲੀਆ ਕੁਝ ਵਿਗੜਿਆ ਜਿਹਾ ਹੈ, ਤੇੜ ਯਾਨੀ ਕਮਰ ਤੇ ਅੱਧਾ ਮੈਲਾ ਜਿਹਾ ਪਜਾਮਾ, ਕਮੀਜ਼ ਦਾ ਉਤਲਾ ਬਟਨ ਟੁੱਟਾ ਪਿਆ, ਕੋਟ ਵਿੱਚੋਂ ਪਿਆ ਲੱਭਦਾ ਹੈ, ਨਹੀਂ ਕੋਟ ਵਿੱਚੋਂ ਵੀ ਗਲਮੇ ਵਿੱਚੋਂ ਟੁੱਟਾ ਬਟਨ ਨਜ਼ਰ ਆ ਰਿਹਾ, ਕੋਟ ਵਿੱਚੋਂ ਪਿਆ ਲੱਭਦਾ। ਸਿਰ ਤੇ ਪਗੜੀ ਜਿਹੜੀ ਬਹੁਤ ਸਾਫ਼ ਨਹੀਂ ਜਾਪਦੀ ਹੈ, ਉਹ ਵੀ ਮੈਲੀ ਹੈ। ਪੱਗ ਦੇ ਵਲਾਂ ਵਿੱਚੋਂ ਮੱਥੇ ਤੇ ਬੰਨੀ ਹੋਈ ਇੱਕ ਪੱਟੀ ਥੋੜੀ ਜਿਹੀ ਦਿਸਦੀ ਹੈ। ਚਿਹਰਾ ਫਿਕਰ ਚਿੰਤਾ ਦਾ ਮਾਰਿਆ ਹੋਇਆ, ਕਈ ਦਿਨਾਂ ਤੋਂ ਸ਼ੇਵ ਨਾ ਕਰਨ ਕਰਕੇ ਚਿਹਰਾ ਵਧੇਰੇ ਬੇਰੌਣਕਾ ਤੇ ਉਤਰਿਆ ਹੋਇਆ ਜਾਪਦਾ ਹੈ। ਨਹੀਂ ਇਸ ਤਰ੍ਹਾਂ ਦਾ ਪੂਰਾ ਡਿਸਕ੍ਰਿਪਸ਼ਨ ਉਸਨੇ ਪੂਰਾ ਵਰਣਨ ਦਿੱਤਾ ਹੈ। ਰਾਮ ਪੈਰੀ ਉੱਠ ਕੇ ਦਰਵਾਜ਼ੇ ਵੱਲ ਜਾਣਾ ਚਾਹੁੰਦੀ ਹੈ, ਪਰ ਮਦਨ ਆਪ ਹੀ ਹੁਣ ਬਰਾਂਡੇ ਵਿੱਚ ਆ ਗਿਆ ਹੈ। ਰਾਮ ਪੈਰੀ ਉਸ ਵੱਲ ਸਿਰ ਤੋਂ ਪੈਰਾਂ ਤੱਕ ਦੇਖਦੀ ਰਹਿ ਜਾਂਦੀ ਹੈ, ਜਿਵੇਂ ਪਛਾਣਿਆ ਨਹੀਂ ਹੁੰਦਾ। ਹੁਣ ਡਾਇਲੌਗ ਸ਼ੁਰੂ ਹੁੰਦਾ, ਵਾਰਤਾਲਾਪ ਸ਼ੁਰੂ ਹੁੰਦਾ। ਮਦਨ, ਮਾਸੀ ਮੈਂ ਹਾਂ, ਪਛਾਣਦੀ ਨਹੀਂ? ਮੈਂ ਮਦਨ। ਰਾਮ ਪੈਰੀ, ਤੂੰ ਮਦਨ? ਸਿਰ ਤੋਂ ਪੈਰਾਂ ਤੱਕ, ਪੈਰਾਂ ਤੋਂ ਸਿਰ ਤੱਕ ਦੇਖਦੀ ਹੈ। ਤੂੰ ਮਦਨ, ਇਹ ਕੀ ਹਾਲ ਬਣਾਇਆ ਤੇਰਾ? ਆ ਬੈਠ, ਦੱਸ। ਉਸ ਨੂੰ ਫੜ ਕੇ ਕੁਰਸੀ ਵੱਲ ਲੈ ਜਾਂਦੀ ਹੈ, ਕਿਉਂਕਿ ਪ੍ਰਾਹੁਣਾ ਹੈ ਨਾ, ਇਸ ਕਰਕੇ ਕੁਰਸੀ 'ਤੇ ਬਿਠਾਈ, ਆਪ ਪਟੜੀ 'ਤੇ ਬੈਠੀ ਹੋਈ ਹੈ। ਮਦਨ, ਦੱਸਦਾ ਮਾਸੀ, ਟਰੰਕੀ ਅੰਦਰ ਕਰ ਲਾਂ, ਜਿਹੜੀ ਉਹ ਦਰਵਾਜ਼ੇ 'ਚ ਛੱਡ ਗਿਆ ਸੀ, ਜੋ ਕੁੱਲੀ ਸੀ ਜਾਂ ਰਿਕਸ਼ੇ ਵਾਲਾ ਸੀ, ਦਰਵਾਜ਼ੇ 'ਚ ਰੱਖ ਗਿਆ ਸੀ, ਕਹਿੰਦਾ ਮੈਂ ਅੰਦਰ ਕਰ ਲਾਂ। ਟਰੰਕੀ ਚੁੱਕ ਕੇ ਅੰਦਰ ਲੈ ਜਾਂਦਾ ਹੈ। ਰਾਮ ਪੈਰੀ, ਹੇ ਭਗਵਾਨ, ਮਦਨ ਕਿੱਧਰੋਂ? ਨਾ ਖੱਤ ਨਾ ਪੱਤਰ। ਮਦਨ ਬਾਹਰ ਨਿਕਲਦਾ ਹੈ, ਮਾਸੀ ਜੀ ਜੇ ਮੈਂ ਲਿਖ ਸਕਦਾ ਤਾਂ ਲਿਖਦਾ, ਯਾਨੀ ਉਹ ਅਨਪੜ੍ਹ ਹੈ, ਉਹਨੂੰ ਲਿਖਣਾ ਨਹੀਂ ਆਉਂਦਾ। ਰਾਮ ਪੈਰੀ, ਪਿੱਛੇ ਘਰ ਸੁੱਖ ਸਾਂ ਦੇ ਨਾ? ਮਦਨ, ਹੋਣੀ ਹੈ, ਮੈਨੂੰ ਕੀ ਪਤਾ, ਮੈਨੂੰ ਤੀਜਾ ਚੌਥਾ ਮਹੀਨਾ ਹੋਇਆ ਘਰੋਂ ਨਿਕਲਿਆ। ਯਾਨੀ ਹੁਣ ਅਸਲੀ ਗੱਲ ਖੁੱਲਦੀ ਹੈ। ਕੁਰਸੀ ਉੱਤੇ ਬੈਠ ਜਾਂਦਾ ਹੈ। ਰਾਮ ਪੈਰੀ, ਘਰੋਂ ਨਿਕਲਿਆ? ਕਿਉਂ, ਕੀ ਹੋਇਆ? ਨਾਰਾਜ਼ ਹੋ ਕੇ ਨਿਕਲ ਆਇਆ? ਮਦਨ, ਤਕਦੀਰ ਮਾਸੀ, ਖੋਟੀ ਕਿਸਮਤ, ਲੰਮਾ ਸਾਰਾ ਹੋਕਾ। ਰਾਮ ਪੈਰੀ, ਜਿਵੇਂ ਕੋਈ ਦੱਸ ਤਾਂ ਸਹੀ, ਮੇਰੇ ਜੀ ਨੂੰ ਡੋਬੂ ਪੈਂਦੇ, ਇਹਦਾ ਮਤਲਬ ਮੇਰਾ ਦਿਲ ਘਬਰਾਉਂਦਾ ਹੈ। ਮਦਨ, ਦੱਸਣਾ ਮਾਸੀ, ਦੱਸਣਾ, ਮੈਨੂੰ ਦਮ ਲੈਣ ਦੇ ਮਾਸੀ। ਮਦਨ ਸਿਰ ਨੂੰ ਦੋਹਾਂ ਹੱਥਾਂ 'ਚ ਲੈ ਕੇ ਜਿਵੇਂ ਫਿਕਰਮੰਦ ਹੋ ਜਾਂਦੇ, ਨਹੀਂ ਚਿੰਤਾ ਦਾ ਪ੍ਰਗਟਾਵਾ ਕਰਦਾ ਹੈ, ਚਿੰਤਾ ਦਾ ਪ੍ਰਦਰਸ਼ਨ ਕਰਦਾ ਹੈ। ਰਾਮ ਪੈਰੀ ਉਸ ਦੇ ਵੱਲ ਵੇਖ ਕੇ ਘਬਰਾਈ ਆਵਾਜ਼ 'ਚ, ਭਗਵਾਨ। ਮਦਨ, ਮਾਸੀ ਕੀ ਦੱਸਾਂ ਤੈਨੂੰ, ਜਿੱਦਾਂ ਸ਼ਿਕਾਰ ਪਿੱਛੇ ਕੁੱਤੇ ਪਏ ਹੋਣ ਤੇ ਉਹ ਹੌਂਕਦਾ ਤੇ ਲੁਕਦਾ ਫਿਰਦਾ ਹੈ, ਮੇਰਾ ਉਹ ਹਾਲ ਹੈ। ਰਾਮ ਪੈਰੀ, ਹਾਏ ਤੇਰੇ ਪਿੱਛੇ ਕੁੱਤੇ ਕਿੱਥੋਂ ਪੈ ਗਏ? ਮਦਨ ਦੁੱਖ ਭਰੀ ਆਵਾਜ਼ ਵਿੱਚ, ਮਾਸੀ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ, ਮੈਂ ਥਾਂ ਨੱਠਦਾ ਲੁਕਦਾ ਫਿਰਦਾ ਅਰਮਾਨ ਭਰੇ ਲਹਿਜੇ ਵਿੱਚ। ਮਾਸੀ ਇੱਥੇ ਪੁਲਿਸ ਤਾਂ ਨਹੀਂ ਆ ਸਕਦੀ? ਨਹੀਂ ਆ ਸਕਦੀ ਨਾ? ਰਾਮ ਪੈਰੀ, ਲੈ ਪੁਲਿਸ ਨੇ ਤੇ ਖੇ ਖਾਣਾ ਨਾ, ਸਦਕੇ ਕੀਤੀ, ਘਬਰਾ ਨਾ, ਤੇਰੀ ਹਾਲਤ ਵੇਖ ਕੇ ਮੇਰਾ ਜੀ ਪਿਆ ਖੁੱਸਦਾ ਹੈ, ਨਹੀਂ ਮੇਰਾ ਦਿਲ ਘਬਰਾਉਂਦਾ। ਮੈਨੂੰ ਸਾਰੀ ਗੱਲ ਦੱਸ। ਮਦਨ ਆਪਣੇ ਆਪ ਨਾਲ, ਦੱਸਣਾ ਅੰਦਰ ਚੱਲ ਕੇ। ਰਾਮ ਪੈਰੀ, ਹੈਂ ਕਮਲਾ ਤੂੰ? ਬੇਸ਼ੱਕ ਗੱਲ ਕਰ, ਇੱਥੇ ਕੋਈ ਨਹੀਂ ਆਉਂਦਾ, ਇਹਦਾ ਮਤਲਬ ਉਹਨੂੰ ਪਤਾ ਅਸੀਂ ਘਰ 'ਚ ਬੈਠੇ ਹਾਂ, ਇੱਥੇ ਕੋਈ ਨਹੀਂ ਵੜੇਗਾ। ਮਦਨ ਦਰਵਾਜ਼ੇ ਵੱਲ ਇਸ਼ਾਰਾ ਕਰਕੇ, ਖੁੱਲਾ। ਰਾਮ ਪੈਰੀ, ਮੈਂ ਕੁੰਡੀ ਲਾ ਦੇਣੀ ਆ। ਉੱਠ ਕੇ ਦਰਵਾਜ਼ਾ ਬੰਦ ਕਰਦੀ ਹੈ। ਲੈ ਹੁਣ ਕਾਹਦਾ ਫਿਕਰ ਹੈ, ਦੱਸ ਮੈਨੂੰ। ਪਟੜੀ ਖਿਸਕਾ ਕੇ ਕੁਰਸੀ ਦੇ ਕੋਲ ਕਰ ਲੈਂਦੀ, ਉਹਦੀ ਗੱਲ ਸੁਣਨ ਲਈ ਵੀ ਉਹ ਕਿਸ ਹਾਲਾਤ ਦਾ ਮਾਰਿਆ ਹੋਇਆ ਹੈ। ਮਦਨ ਰਾਜਦਾਰੀ ਦੇ ਲੈ, ਯਾਨੀ ਉਸਨੂੰ ਰਾਜ ਵਿੱਚ ਗੱਲ ਕਰਦਾ, ਭੇਦ ਵਿੱਚ ਗੱਲ ਕਰਦਾ। ਮਾਸੀ ਮੈਂ ਰੁਪਇਆ ਨਹੀਂ ਚੁੱਕਿਆ, ਮੈਂ ਚੋਰ ਨਹੀਂ, ਮੈਂ ਗਬਨ ਹੀ ਨਹੀਂ ਕੀਤਾ। ਗਬਨ ਦਾ ਮਤਲਬ ਹੈ ਕਿਸੇ ਦੇ ਜ਼ਿੰਮੇ ਵਿੱਚ ਰੱਖੇ ਹੋਏ, ਜ਼ਿੰਮੇਦਾਰੀ 'ਚ ਰੱਖੇ ਪੈਸਿਆਂ 'ਚ ਹੇਰ ਫੇਰ ਕਰਨਾ। ਰਾਮ ਪੈਰੀ, ਚੋਰੀ ਗਬਨ ਇਹ ਕੀ ਗੱਲਾਂ ਪਿਆ ਕਰਦਾ ਹੈ? ਮਦਨ, ਕਿਸਮਤ ਨੇ ਦਗਾ ਦਿੱਤਾ ਮਾਸੀ, ਮੇਰੇ ਨਾਲ ਦਾ ਕਲਰਕ ਭੂਸ਼ਣ, ਅਸੀਂ ਦੋਵੇਂ ਇੱਕੋ ਦਫ਼ਤਰ ਵਿੱਚ ਸਾਂ ਨਾ। ਰਾਮ ਪੈਰੀ, ਹਾਂ ਫਿਰ ਕੀ ਹੋਇਆ? ਮਦਨ, ਉਹਨੇ ਮੈਨੂੰ ਫੁਸਲਾਇਆ, ਮੇਰੀ ਅਕਲ ਤੇ ਪਰਦਾ ਪੈ ਗਿਆ, ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ। ਬੁੱਧੂ ਮੈਂ ਬੁੱਧੂ ਹਾਂ। ਉਹ ਰੁਪਈਆ ਲੈ ਕੇ ਉੱਡ ਗਿਆ। ਰਾਮ ਪੈਰੀ, ਫਿਰ ਤੈਨੂੰ ਕੀ, ਤੂੰ ਤਾਂ ਰੁਪਈਆ ਨਹੀਂ ਲਿਆ ਨਾ? ਮਦਨ, ਵੇਖਿਆ ਨਹੀਂ, ਕਹਿੰਦਾ ਸੀ ਅੱਧੋ ਅੱਧ ਦਿਆਂਗਾ, ਮੈਂ ਲਾਲਚ ਵਿੱਚ ਆ ਗਿਆ। ਰਾਮ ਪੈਰੀ, ਕਿੰਨਾ ਕੁ ਸੀ ਰੁਪਈਆ? ਮਦਨ ਕਹਿੰਦਾ 48,000। ਇਹ ਪੁਆਇੰਟ ਯਾਦ ਰੱਖਣਾ, ਉਹਨੇ 48,000 ਦੇ ਗਬਨ ਦਾ ਜੋ ਮਾਮਲਾ ਉਸਦੇ ਸਿਰ ਤੇ ਹੈ। 48,000। ਰਾਮ ਪੈਰੀ, 48,000? ਹੇ ਰਾਮ, ਆਪੇ ਪੁਲਿਸ ਉਸ ਨੂੰ ਫੜੇਗੀ, ਤੈਨੂੰ ਕੀ? ਮਦਨ, ਉਹ ਤਾਂ ਫੜਿਆ ਗਿਆ ਏ। ਰਾਮ ਪੈਰੀ, ਬਸ ਫਿਰ ਤੂੰ ਕੋਈ ਨੱਠਦਾ ਫਿਰਦਾ ਹੈ?
ਆਪ ਸੱਚੋ ਸੱਚ ਨਿੱਤਰ ਜਾਵੇਗਾ, ਯਾਨੀ ਨਿਆਂ ਹੋ ਜਾਵੇਗਾ। ਮਦਨ, ਉਹਨੇ ਪੁਲਿਸ ਨੂੰ ਮੇਰੇ ਪਿੱਛੇ ਲਾ ਦਿੱਤਾ, ਕਹਿੰਦਾ ਰੁਪਈਆ ਮੇਰੇ ਕੋਲ ਹੈ। ਰਾਮ ਪਿਆਰੀ, ਪਰ ਤੂੰ ਲਿਆ ਹੀ ਨਹੀਂ, ਤੈਨੂੰ ਕਾਹਦਾ ਡਰ। ਮਦਨ, ਮਾਸੀ ਮੇਰੀ ਕਿਸੇ ਨੇ ਨਹੀਂ ਸੁਣਨੀ, ਕਿਸੇ ਨੇ ਨਹੀਂ ਮੰਨਣੀ। ਰਾਮ ਪਿਆਰੀ, ਤੂੰ ਐਵੇਂ ਨਾ ਘਬਰਾ ਪਿਆ। ਮਦਨ, ਪੁਲਿਸ ਡੰਡਿਆਂ ਨਾਲ ਮੇਰੇ ਹੱਡ ਭੰਨ ਸੁੱਟੇਗੀ, ਮੈਨੂੰ ਕੁੱਟ ਕੁੱਟ ਕੇ ਬਕਾ ਲਵੇਗੀ, ਇਹਦਾ ਮਤਲਬ ਜੋ ਸੱਚ ਹੈ ਉਹ ਪੁਲਿਸ ਉਗਲਵਾ ਲਵੇਗੀ। ਰਾਮ ਪਿਆਰੀ, ਹਾਏ ਹਾਏ। ਮਦਨ, ਮੇਰੇ ਕੋਲੋਂ ਪੁਲਿਸ ਦੀ ਫੰਡ ਨਹੀਂ ਚੱਲ ਹੋਣੀ, ਮੈਂ ਮਰ ਜਾਵਾਂਗਾ। ਓਏ ਮੇਰਾ ਰੱਬਾ, ਹੁਣ ਇੱਥੇ ਲਿਖਿਆ ਫੰਡ। ਫੰਡ ਪਤਾ ਕਿਹਨੂੰ ਕਹਿੰਦੇ ਆ? ਜਦੋਂ ਬਹੁਤ ਤੇਜ਼ ਹਵਾ ਵਿੱਚ ਬਾਰਿਸ਼ ਦੀ ਵਾਛੜ ਪੈਂਦੀ ਹੈ ਨਾ, ਤੇ ਉਹਦੇ ਨਾਲ ਜਿਹੜੀ ਹਵਾ ਦਾ ਸ਼ੋਰ, ਬਾਰਿਸ਼ ਦਾ ਸ਼ੋਰ ਮਿਲ ਕੇ ਬਹੁਤ ਸ਼ੋਰ ਕਰ ਦਿੰਦਾ, ਉਹ ਲਗਾਤਾਰ ਪੈਂਦੀ ਹੈ ਔਰ ਬੜੀ ਕਸ਼ਟਦਾਈ ਹੁੰਦੀ ਹੈ, ਉਹਨੂੰ ਕਹਿੰਦੇ ਫੰਡ। ਹੁਣ ਪੁਲਿਸ ਦੀ ਮਾਰ ਨੂੰ ਫੰਡ ਨਾਲ ਤੁਲਨਾ ਦੇ ਰਿਹਾ ਹੈ, ਤੇ ਇਸ ਤਰ੍ਹਾਂ ਜਿਹੜੀ ਪੁਲਿਸ ਦੀ ਮਾਰ ਹੈ ਮੇਰੇ ਤੋਂ ਸਹਾਰੀ ਨਹੀਂ ਜਾਣੀ। ਰਾਮ ਪਿਆਰੀ, ਸੁਖੀ ਸੰਦੀ ਮਰਨ ਤੇਰੇ ਵੈਰੀ, ਇੱਥੇ ਪੁਲਿਸ ਨਹੀਂ ਆ ਸਕਦੀ, ਘਬਰਾ ਨਾ, ਚੱਲ ਅੰਦਰ, ਮੂੰਹ ਹੱਥ ਧੋ, ਤੇ ਹੁਣੇ ਤੇਰਾ ਵੀਰਾ ਦਫ਼ਤਰੋਂ ਆਉਂਦਾ, ਤੁਹਾਨੂੰ ਦੋਹਾਂ ਨੂੰ ਚਾਹ ਬਣਾ ਕੇ ਦੇਣੀ ਆ। ਮਦਨ ਅੰਦਰ ਚਲਾ ਜਾਂਦਾ। ਰਾਮ ਪਿਆਰੀ ਫਿਰ ਸਬਜ਼ੀ ਚੀਰਨ ਲੱਗ ਪੈਂਦੇ, ਯਾਨੀ ਆਪਣੇ ਕੰਮ 'ਚ ਰੁੱਝ ਜਾਂਦੀ ਹੈ। ਰਾਮ ਪਿਆਰੀ, ਖਬਰੇ ਕੀ ਕਰ ਬੈਠਾ ਮੁੰਡਾ, ਜੀ ਭਿਆਣਾ ਹੈ ਨਹੀਂ ਡਰਦਾ ਡਰਦਾ, ਜੀ ਭਿਆਣਾ ਸਾਡੇ ਆ ਵੜਿਆ ਹੈ, ਲਾਜ ਰੱਖੀ ਭਗਵਾਨ, ਇਸ ਤਰ੍ਹਾਂ ਰੱਬ ਅੱਗੇ ਅਰਦਾਸ ਕਰਦੀ ਹੈ। ਫਿਰ ਡਿਟੇਲ ਆ ਜਾਂਦੀ ਹੈ। ਇਸ ਵੇਲੇ ਹਰੀ ਚੰਦ ਜੋ ਡਾਕਟਰ ਦੇੋਂ ਪਰਤ ਕੇ ਆਇਆ ਹੈ, ਦਰਵਾਜ਼ਾ ਕੁੰਡੀ ਲੱਗਾ ਦੇਖ ਕੇ ਕਾਲਾ ਪੈ ਕੇ ਖੜਕਾਉਂਦਾ ਹੈ। ਇਹ ਨਜ਼ਰ ਆਉਂਦਾ ਕਿਉਂਕਿ ਉਹ ਦਰਵਾਜ਼ੇ ਨੂੰ ਬਾਹਰਲੇ ਪਾਸੇ ਖੜਕਾ ਰਿਹਾ। ਦਰਵਾਜ਼ਾ ਜ਼ੋਰ ਨਾਲ ਖੜਕਣ ਦੀ ਆਵਾਜ਼ ਸੁਣ ਕੇ ਰਾਮ ਪਿਆਰੀ ਤਰਬਕ ਪੈਂਦੀ, ਡਰ ਜਾਂਦੀ ਹੈ। ਆਪਣੇ ਖਿਆਲ ਵਿੱਚ ਉਸ ਨੂੰ ਇੰਝ ਜਾਪਦਾ ਜਿਵੇਂ ਪੁਲਿਸ ਨੇ ਆ ਕੇ ਦਰਵਾਜ਼ਾ ਭੰਨਿਆ ਹੈ, ਨਹੀਂ ਪੁਲਿਸ ਆ ਗਈ ਹੈ। ਗੱਲ ਪੁਲਿਸ ਦੀ ਚੱਲ ਰਹੀ ਹੈ ਨਾ, ਕਿਉਂਕਿ ਇਹ ਜੋ ਮਦਨ ਲਾਲ ਹੈ ਇਹ ਗਬਨ ਕਰਕੇ ਭੱਜਿਆ, ਇਸ ਨੂੰ ਡਰ ਹੈ ਪੁਲਿਸ ਫੜ ਲੇਗੀ, ਤੇ ਇਸ ਤਰ੍ਹਾਂ ਉਸ ਨੂੰ ਪੁਲਿਸ ਦਾ ਡਰ ਹੈ। ਜਦੋਂ ਬਾਹਰੋਂ ਇਹ ਜੋ ਹਰੀ ਚੰਦ ਹੈ ਜ਼ੋਰ ਦੀ ਦਰਵਾਜ਼ਾ ਖੜਕਾਉਂਦਾ ਹੈ। ਹੁਣ ਰਾਮ ਪਿਆਰੀ ਕੀ ਬੋਲਦੀ ਹੈ, ਬੈਠੀ ਬੈਠੀ, ਆਪ ਘਰੇ ਨਹੀਂ ਹੈਗੇ, ਜ਼ਰਾ ਠਹਿਰ ਕੇ ਆਇਓ ਭਾਈ। ਹਰੀ ਚੰਦ ਬਾਹਰੋਂ, ਉਹ ਦਰਵਾਜ਼ਾ ਵੀ ਖੋਲ ਨਾ, ਕੁੰਡੀ ਕਿਉਂ ਚਾੜ ਰੱਖੀ ਹੈ। ਹੁਣ ਰਾਮ ਪਿਆਰੀ ਨੂੰ ਪਤਾ ਲੱਗਦਾ ਕਿ ਪੁਲਿਸ ਨਹੀਂ ਹੈ, ਉਹਦਾ ਘਰ ਵਾਲਾ ਹੈ ਹਰੀ ਚੰਦ ਹੈ। ਰਾਮ ਪਿਆਰੀ ਆਈ ਦੌੜ ਕੇ ਦਰਵਾਜ਼ਾ ਖੋਲ੍ਹਦੇ ਤੇ ਹਰੀ ਚੰਦ ਦਵਾਈ ਵਾਲੀ ਸ਼ੀਸ਼ੀ ਹੱਥ 'ਚ ਫੜੀ ਅੰਦਰ ਆਉਂਦਾ। ਮੈਂ ਜਾਤਾ ਪੁਲਿਸ ਵਾਲੇ ਦਰਵਾਜ਼ਾ ਭੰਨਣ ਡਏ ਨੇ। ਪੁਲਿਸ, ਉਹ ਤੇ ਚੌਂਕ ਜਾਂਦਾ। ਹਰੀ ਚੰਦ, ਪੁਲਿਸ ਵਾਲੇ, ਉਹਨਾਂ ਦਾ ਕੀ ਕੰਮ ਇੱਥੇ ਆਉਣ ਦਾ, ਬੈਠੀ ਬੈਠੀ ਊਂਘ ਪਈ ਹੈ, ਕੋਈ ਭੈੜਾ ਸੁਪਨਾ ਤਾਂ ਨਹੀਂ ਆ ਗਿਆ ਜੀ। ਰਾਮ ਪਿਆਰੀ ਕਹਿੰਦੀ, ਬੜੀ ਬਿਪਤਾ ਆ ਪਈ ਹੈ, ਪਰ ਪਹਿਲਾਂ ਮੈਨੂੰ ਡਾਕਟਰ ਦੀ ਗੱਲ ਦੱਸ ਲਓ ਛੇਤੀ ਛੇਤੀ। ਹਰੀ ਚੰਦ, ਉਹ ਵੀ ਬਿਪਤਾ ਹੀ ਹੈ। ਰਾਮ ਪਿਆਰੀ, ਕਿਉਂ, ਕੀ ਬਿਮਾਰੀ ਦੱਸੀ ਹੈ। ਹਰੀ ਚੰਦ, ਉਹ ਕੋਈ ਇੱਕ ਹੋਵੇ ਤਾਂ ਦੱਸਾਂ, ਉਹਨੇ ਕੋਈ 10 ਗਿਣਾ ਦਿੱਤੀਆਂ ਨੇ। ਦਿਲ ਦੀ ਖਰਾਬੀ, ਖੂਨ ਦੀ ਕਮੀ, ਦਿਲ ਦੀ ਧੜਕਣ, ਫੇਫੜੇ ਖਰਾਬ, 12 ਮਾਸੀ ਜ਼ੁਕਾਮ, ਗੱਲ ਕੀ ਪੈਰਾਂ ਤੋਂ ਸਿਰ ਤੱਕ ਕੋਈ ਥਾਂ ਨਹੀਂ ਜਿੱਥੇ ਬਿਮਾਰੀ ਨਾ ਹੋਵੇ। ਇਹਦਾ ਮਤਲਬ ਇੱਥੇ ਇਹ ਦੱਸਿਆ ਕਿ ਹਰੀ ਚੰਦ ਨੂੰ ਵੀ ਪਹਿਲੇ ਬਿਮਾਰ ਦੱਸਿਆ ਸੀ, ਕਿਹੜੀਆਂ ਬਿਮਾਰੀਆਂ, ਪੇਜ ਨੰਬਰ 1 2 3 ਯਾਨੀ 123 ਨੰਬਰ ਤੇ ਬਿਮਾਰੀਆਂ ਦਾ ਉਹਦਾ ਲੇਖਾ ਜੋਖਾ ਹੈ। ਰਾਮ ਪਿਆਰੀ, ਹਰੇ ਰਾਮ ਹਰੇ ਰਾਮ। ਹਰੀ ਚੰਦ, ਤੈਨੂੰ ਆਖਿਆ ਹੈ ਨਾ ਪਿੱਛੋਂ ਜਾਂਦੇ ਆਵਾਜ਼ ਨਾ ਮਾਰਿਆ ਕਰੋ, ਸੋਚਦਾ ਆਵਾਜ਼ ਮਾਰੀ ਸੀ, ਇਸ ਕਰਕੇ ਡਾਕਟਰ ਨੇ ਇੰਨੀਆਂ ਬਿਮਾਰੀਆਂ ਗਿਣਾ ਦਿੱਤੀਆਂ। ਰਾਮ ਪਿਆਰੀ, ਦਵਾਈ ਦਿੱਤੀ ਹੈ। ਹਰੀ ਚੰਦ, ਸ਼ੀਸ਼ੀ ਵਿਖਾ ਕੇ, ਆਹ ਪੀਣ ਲਈ, ਇਹ ਪੁੜੀਆਂ ਫੱਕਣੇ ਲਈ, ਆਹ ਗੋਲੀ ਖਾਣ ਲਈ, ਤੇ 12 ਟੀਕੇ। ਰਾਮ ਪਿਆਰੀ, ਹੇ ਰਾਮ, ਇੱਕੋ ਵਾਰੀ 12। ਹਰੀ ਚੰਦ, ਨਹੀਂ, ਹਟ ਕੇ, ਯਾਨੀ ਕੁਝ ਦਿਨਾਂ ਬਾਅਦ ਹਟ ਕੇ, ਤੇ ਜੇ ਫਿਰ ਵੀ ਆਰਾਮ ਨਾ ਆਇਆ ਤਾਂ ਸਾਰੇ ਦੇ ਸਾਰੇ ਟੈਸਟ ਕਰਾਉਣੇ ਪੈਣੇ ਨੇ। ਰਾਮ ਪਿਆਰੀ, ਹੇ ਰਾਮ। ਹਰੀ ਚੰਦ, ਖੂਨ ਦਾ ਟੈਸਟ, ਥੁੱਕ ਦਾ ਟੈਸਟ, ਜਿਨ੍ਹਾਂ ਚੀਜ਼ਾਂ ਦਾ ਨਾਂ ਨਹੀਂ ਲੈਣਾ ਉਹਨਾਂ ਦਾ ਵੀ। ਫਿਰ ਜਿਗਰ ਦੀ ਫੋਟੋ ਯਾਨੀ ਐਕਸਰੇ, ਛਾਤੀ ਦੀ ਫੋਟੋ ਯਾਨੀ ਚੈਸਟ ਐਕਸਰੇ, ਅੱਖਾਂ ਵਿਖਾਓ, ਦੰਦ ਕਢਾਓ, ਯਾਨੀ ਇਹ ਸਾਰਾ ਮਜ਼ਾਕ 'ਚ ਬੋਲ ਰਿਹਾ ਹੈ। ਯਾਨੀ ਉਸਦਾ ਜੋ ਬੋਲਣ ਦਾ ਤਰੀਕਾ ਹੈ, ਜੋ ਸ਼ਬਦ ਵਰਤ ਰਿਹਾ ਉਹ ਇੱਕ ਤਰ੍ਹਾਂ ਦੇ ਇੱਕ ਮਜ਼ਾਕ ਵਾਲੇ ਸ਼ਬਦ ਬੋਲ ਰਿਹਾ। ਰਾਮ ਪਿਆਰੀ, ਹੇ ਰਾਮ ਹੇ ਰਾਮ। ਤੇ ਬਾਕੀ ਕੀ ਰਹਿ ਗਿਆ। ਹਰੀ ਚੰਦ, ਬਾਕੀ ਰਹਿ ਗਿਆ ਪੋਸਟਮਾਰਟਮ। ਫਿਰ ਮਜ਼ਾਕ ਦੀ ਗੱਲ ਕਰਦਾ। ਰਾਮ ਪਿਆਰੀ, ਡਾਕਟਰ ਕਹੀ ਅੱਤ ਚੁੱਕੀ ਹੈ, ਨਵੇਂ ਤੋਂ ਨਵਾਂ ਭਰਮ ਪਾਉਂਦੇ ਨੇ, ਤੁਸੀਂ ਕਿਸੇ ਵੈਦ ਕੋਲ ਜਾਓ। ਹਰੀ ਚੰਦ, ਵੈਦ ਦੀ ਗੱਲ ਵੀ ਰਹਿਣ ਦੇ, ਸਾਰੇ ਇੱਕੋ ਰੱਸੇ ਫਾਹੇ ਦੇਣ ਵਾਲੇ ਨੇ, ਯਾਨੀ ਜੋ ਡਾਕਟਰ ਇੱਦਾਂ ਵਾਧੂ ਬਿਮਾਰੀਆਂ ਗਿਣਾ ਕੇ ਔਰ ਪੈਸੇ ਠੱਗਦੇ ਨੇ, ਤੇ ਵੈਦ ਵੀ ਇਹੋ ਕਰਦੇ ਨੇ। ਇਹ ਤਾਂ ਰੋਲ ਕੇ ਮਾਰਦੇ ਨੇ, ਨਹੀਂ ਤੜਪਾ ਕੇ ਮਾਰਦੇ ਨੇ। ਇਹਦੇ ਨਾਲ ਤਾਂ ਬੰਦਾ ਸ਼ਰਾਫਤ ਨਾਲ ਹੀ ਮਰ ਜੇ ਤਾਂ 100 ਚੰਗਾ ਹੈ, ਇਹਦਾ ਬਹੁਤ ਚੰਗਾ ਹੈ, ਬੰਦਾ ਅਚਾਨਕ ਹੀ ਆਪਣੇ ਆਪ ਹੀ ਸਹਿਜੇ ਮਰ ਜਾਵੇ। ਰਾਮ ਪਿਆਰੀ, ਹਾਏ ਹਾਏ, ਛੱਡੋ ਪਰੇ ਇਹਨਾਂ ਵਿਸ਼ਵਾਸਾਂ ਨੂੰ, ਤੇ ਮੇਰੀ ਗੱਲ ਸੁਣੋ, ਇੱਕ ਹੋਰ ਮੁਸੀਬਤ ਆ ਪਈ ਜੇ। ਹਰੀ ਚੰਦ, ਅੱਗੋਂ ਮੁਸੀਬਤਾਂ ਕੋਈ ਘੱਟ ਸਨ, ਦੱਸ ਹੁਣ ਢਿੱਲ ਨਾ ਕਰ। ਰਾਮ ਪਿਆਰੀ, ਤੁਸੀਂ ਧਿਆਨ ਨਾਲ ਸੁਣੋ ਤਾਂ ਦੱਸਾਂ। ਹਰੀ ਚੰਦ, ਐਨਕ ਲਾ ਲਵਾਂ, ਗੱਲ ਸੁਣਨੀ ਹੈ ਤੇ ਐਨਕ ਲਾਣੀ ਹੈ। ਰਾਮ ਪਿਆਰੀ, ਮਦਨ ਆਇਆ ਹੋਇਆ, ਜਦੋਂ ਦਾ ਆਇਆ ਮੈਨੂੰ ਥੱਥੇ ਪੱਥੇ ਪਏ ਨੇ। ਥੱਥੇ ਪੱਥੇ ਦਾ ਮਤਲਬ ਮੈਨੂੰ ਬੇਚੈਨੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਹਰੀ ਚੰਦ, ਮਦਨ ਕੌਣ। ਰਾਮ ਪਿਆਰੀ, ਉਹ ਭੁੱਲ ਗਏ ਹੋ, ਮੇਰਾ ਭਣੇਵਾ ਭੈਣ ਗਿਆਨੋ ਦਾ ਪੁੱਤਰ। ਇੱਥੇ ਪਤਾ ਲੱਗਦਾ ਹੈ ਵੀ ਕੌਣ ਹੈ, ਗਿਆਨੋ ਦਾ ਪੁੱਤਰ, ਇਸ ਕਰਕੇ ਗਿਆਨੋ ਨਾਮ ਯਾਦ ਰੱਖਣਾ। ਮਦਨ ਲਾਲ ਕੀ ਲੱਗਦਾ ਰਾਮ ਪਿਆਰੀ ਦਾ, ਰਾਮ ਪਿਆਰੀ ਦਾ ਭਣੇਵਾ ਲੱਗਦਾ ਹੈ, ਉਹਦੀ ਭੈਣ ਦਾ ਨਾਮ ਹੈ ਗਿਆਨੋ, ਤੇ ਗਿਆਨੋ ਦਾ ਪੁੱਤਰ ਹੈ, ਤੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਗਿਆਨੋ ਦਾ ਪੁੱਤਰ, ਬੁਰੀ ਹਾਲਤ ਆ ਵਿਚਾਰੇ ਦੀ। ਹਰੀ ਚੰਦ ਮਜ਼ਾਕ ਕਰਦਾ ਹੈ, ਫਿਰ ਉਹਨੂੰ ਵੀ ਡਾਕਟਰ ਕੋਲ ਲੈ ਜਾਵਾਂ, ਨਹੀਂ ਤੇ ਖੈਰ ਇਹੋ ਦਵਾਈਆਂ ਵੰਡ ਕੇ ਖਾਵਾਂਗੇ। ਰਾਮ ਪਿਆਰੀ, ਹਰੀ ਚੰਦ ਦੇ ਕੰਨ ਕੋਲ ਮੂੰਹ ਕਰਕੇ, ਉਹਦੇ ਪਿੱਛੇ ਹਰੀ ਚੰਦ ਗੱਲ ਟੁਕਦਿਆਂ,
अजे मैं बोला नहीं होया, बेशक तू परे होके गल कर। यानी वो राज की गल छुपा नाल करना चाहती है, कोई सुन ना लवे। राम प्यारी राजदारी नाल उस पिछे पुलिस लगी हुई है, लुकदा फिरदा है हरीचंद काला पै के। ते तू किधर दी सियाणी उसनूं घर वाड़ लियाई। अगे डॉक्टर साडे पिछे पे ने ते हुण जे पुलिस भी पिछे लग गई तो उक्का ही सफाया समझ, क्योंकि डॉक्टर भी घर दा सफाया कर दिंदे है फीसां नाल दवाइयां नाल, और पुलिस वकील भी यही काम करते हैं भी हौली हौली बंदे नूं खाली कर दिंदे ने। राम प्यारी उन्हें रात दी रात अटकना, सवेरे तोड़ देंगे। मैं की करदी, किसी मुकदमे में फस गया है हरीचंद, ते नाल हुण सानूं भी फसाउणा चाहुंदा है। शाबाशे तेरा भी माँ दी बच्चीए। यानी मजाक वाला टोन है। जदों असीं इत्थे हरीचंद दी चरित्र चित्रण करांगे तो सारियां गल्लां उस विच सानूं लिखणियां पैणीਆਂ। राम प्यारी किसी वेले सत्त बगाने नूं भी लुकाउणा पैंदा है, यानी मदद करनी पैंदी है। हाँ यह तो फिर अपना है, नाले वेखना किशोर नाल गल ना कर देना किते। वो बड़ा बड़बोला है। बड़बोला क्यों है? क्योंकि समझदार है, क्योंकि पढ़ा लिखा है, क्योंकि चेतन है, क्योंकि वो भेखियां साधुआं और इस तरह के जो माड़े काम करने वाले उन्होंने पोल खोलण वाला है। इस करके वो कहती है भी मेरे पुत्र नूं, यानी वो कहती है भी किते उन्होंने किशोर नूं ना दस देना। हरीचंद हुण उठदा है, नहीं नहीं किशोर नाल गल नहीं करनी, मैं मदन कोलों पुछां होया की है। राम प्यारी पर वेखना कोई कौड़ी फिक्की ना कहनी, वेला टप जांदा पर गल नहीं भुलदी। यानी ओहदी भैण दा जिहड़ा पुत्तर है ना, जे कोई होर हुंदा ते उहने इदां पोचे थोड़ा पाने सी। हरीचंद सवेरे इसनूं चलता करो, साडे ते किरपा दृष्टि रखो, इदां अपनी घरवाली नूं कहंदा है। राम प्यारी हाय एडी उच्ची ना बोलो, सुन लवेगा किते। हरीचंद अंदर जांदा है। राम प्यारी हे राम भला करी सरबत दा भला, किसे पिछे साडे निमाणिਆਂ दा भी भला करी। बाहरों किस दे सुर विच दोहे गाण दी आवाज़ आंदी है। हुण साधु आ गए, मौनधारी और साधु। हुण आवाज़ आंदी है बाहरों, माया मरी ना मन मरा, मर मर गए शरीर, आसा तृष्णा ना मरे, कह गए संत कबीर। राम प्यारी ध्यान नाल सुणदी जापदी है। कोई साधु बोलदा, सिर चुक के बाहर वल वेखदी है। दो साधु अंदर आंदे ने, एक माड़ा सुकड़ा कींगड़ जिहा मोहनधारी, दूजा हट्टा कट्टा चुटमुट। चुटमुट कहंदे एकदम जिन्हें सिर गोल कराया, यानी सिर घसाए नहीं, वो वाल नहीं, उन्हें सिर ते उस तरह फिराया, चुटमुट कहंदे उसनूं। साधु कर भला हो भला, अंत भले का भला। साधु अजे वेड़े विच पौड़ियां कोल ही खड़े ने। राम प्यारी महाराज अंदर आ जाओ, मैं मंजी डा दिंनी है। क्योंकि उस समय भले समय घर विच आए साधु भावें किसी प्रकार दे उन्हां दी खातरदारी करके उन्हां नूं रजा के उन्हां नूं प्रसन्न करके लोकी भेजदे सी। ते घरों किसी नूं अन्न देना, किसी नूं वस्त्र देने, किसी नूं धन देना बड़े पुण्य दा काम समझिया जांदा सी। ते जिहड़ी राम प्यारी है वो साधुआं दी सेवा आओ भगत करना चाहती है। उठ के मंजी डाउंदी है ते खेस विछाउंदी है मौनधारी इशारे नाल। नहीं नहीं यानी मौनधारी है ना, इसका मतलब वो बोलता नहीं है, क्योंकि उसने मौन धारण किया है, इस करके नहीं नहीं का इशारा करता। साधु कल्याण हो माता, महात्मा ने मौन व्रत धारण कर रखा है, मौन में धरती पर विराजते हैं, ऐसी इनकी प्रतिज्ञा है। यानी हिंदी च बोल रहे राम प्यारी, तुसी तां मंजे ते बैठो ना, ਇਹਦਾ मतलब भी ये भुंजे बैठते धरती ते, और इन्हां दी प्रतिज्ञा है भी ये मौन व्रत धारण करते धरती ते बैठते। यानी इन्हां दो गल्लां नालों इन्हां नूं प्रभावित करने की कोशिश करते। एक तो बोलते नहीं, और मौन धारण करना समाज में बड़ा आदर का प्रतीक मन्निया जाता सी, और जमीन ते ही बहना, किसी उच्ची थां ना बहना, यह भी बड़ा आदर सत्कार की गल है। तो इस तरह यानी दो चीज़ां दसियां उन्होंने। राम प्यारी तुसी तां मंजी ते बैठो ना। हुण साधु की कहंदा है, साधु है जिहड़ा कि इसका असिस्टेंट है, पुलिस वाले है, इंस्पैक्टर है, इसका असिस्टेंट है। हुण साधु कहंदा हरे नारायण माता, मैं तो इनकी चरण धूड़ हूँ, धूड़ में ही बैठूंगा। साधु पुंजे बैठ जाते हैं। राम प्यारी अच्छा महाराज जिवें तुहाडी इच्छा, हुण तुसीं भोजन करके ही जाना। साधु कहंदा है, साधु भूखे भाव के भोजन भूखे ना, यानी असीं प्यार दे भुखे हाँ, रोटी नहीं चाहिए सानू। राम प्यारी नहीं महाराज भोजन जरूर करना है, मैं अख दे फोर विच यानी तुरंत अख दे फोर विच बना दिंनी हाँ, भाजी चीरी पई है, भाजी का मतलब सब्जी। मोहनधारी इशारे नाल दसदा है कि वो भोजन कर चुके हैं। साधु महात्मा को एक भक्तनी माई ने दूध का भोजन करा दिया है। राम प्यारी फिर महाराज मैं की सेवा करूँ, थोड़ा जिहा फल खा लो, मैं ऐदा नहीं जान देना। छेती नाल अंदर जाती है तो फल लिया के साधु के अगे रखती है। साधु अच्छा माता तेरा प्रेम है, एक केला छिलके खांदा है। साधु माता प्रेम को प्रेम मिलता है, हम लौटे जा रहे थे आश्रम को, महात्मा ने अंतर्दृष्टि से देखा इस घर में कलेश है। ऐसा मतलब वो पुलिस वाले है, उन्होंने पता है यह बंदा जो मदन लाल है इसे घर में जो छुप के आ बड़िया है, तो उसके मगरे मगरे आ गए ने, इस घर में कलेश है। राम प्यारी कलेश तो महाराज बहुत है। साधु महात्मा कलेश निवारने को आ गया माता, तरवर सरवर संत जन चौथे बरखे मेह, परोपकार के कारणे चारों धारों देह। यानी तरवर पौधे, सरवर सरोवर, संत जन यानी महात्मा पुरुष, और चौथे बरखा में यानी जो बरसात होंगी है, मीह पैंदा है, यह सिर्फ
ਕਿਸੇ ਦਾ ਭਲਾ ਕਰਨ ਲਈ ਜਿਹੜਾ ਆਪਣਾ ਆਪਾ ਧਾਰਦੇ ਨੇ, ਇਸ ਤਰ੍ਹਾਂ ਅਸੀਂ ਵੀ ਤੇਰਾ ਭਲਾ ਕਰਨ, ਕਲੇਸ਼ ਮਿਟਾਉਣਾ ਆ। ਰਾਮ ਪਿਆਰੀ ਮਹਾਰਾਜ ਉਹਨਾਂ ਦਾ ਸਰੀਰ ਬਹੁਤ ਡਿੱਗ ਗਿਆ ਹੈ। ਇਹਦਾ ਮਤਲਬ पति की गल कर रही है। पति का नाम की है हरिचंद, उम्र 60 साल, बीमारी इसने पहले गिना देती ने। साधु सब ठीक हो जाएगा महाराज की आशीर्वाद से। आज से 10वें रोज मौन व्रत खोलेंगे, उस समय जिस कार्य का ध्यान करेंगे वही सिद्ध होगा। साधु की आवाज़ सुन के हरिचंद बाहर आता है, खंघदा खंघदा कुर्सी ते बह जाता है। खंघदा है, मतलब बीमार है, वो खंघी जाता है। साधु नारायण हरे भगत कल्याण हो। हरिचंद मैं भगत नहीं बाबा। साधु तुम भगवान के भक्त हो, भगवान के सच्चे भक्त। हरिचंद व्यंगमई ढंग नाल हसदा है, मजाक उड़ाता है। हाँ भगतां हा राम प्यारे वाल देख के, क्यों जी है मेरी शक्ल भगतां वाली है ना। राम प्यारी साधुओं नाल मश्करी यानी मजाक नहीं करी दी। हरिचंद अच्छा किशोर के दफ्तरों आने का वेला है, नाले मदन भी आया होया है, उन्होंने लिए चाह पानी का बंदोबस्त करो। यानी हरिचंद नूं नहीं पता भी वो पुलिस वाले ने, पुलिस नूं पता है कि अंदर जिहड़ा मदन लाल जिहड़ा गबन करके बेईमानी करके अंदर इन्हां दे आ छुपिया है। राम प्यारी मैं अंगीठी पा लावां महाराज, तुसीं भी चाह की कोली पी लेना, हुणे बन जाती है, अंदर जाती है। हरिचंद हाँ नाले याद रखना अगे तो मैनू भगत जी आख्या करो। हा। साधु भगत तुम्हारा मस्तक बता रहा है तुम प्रेमी जन हो, यानी तुसी साधुओं नाल प्रेम करने वाले हो। मुखड़ा वेख जरी दर्पण में, जरी दा मतलब जरा जिहा, अपना मुख दर्पण से शीशे देख। हरिचंद एक हसरत भर के हौके नाल, हुण हरिचंद बुढ़ा हो चुका है, बीमारियां ने घेर लिया, इस करके जिहड़ा ओहदी मूँह जवानी वेले ओहदी जिहड़े मूँह की रौनक सी हुण नहीं है, इस करके हसरत बड़े हौके लैके बोलता है। क्या शान सी इस मुखड़े की जवानी विच। साधु मुस्कुरांदा है पर छवि तो भगत अब भी, यानी हुण भी सोहना लगदा है। हरिचंद कट के हुण तां बाबा शीशा देखदे डर लगदा है, गल्लां ढिलक गईयां ने, बुल लटक गए ने। साधु पर नेत्र की ज्योति को देखो, यानी अखां दे विच चमकदियां। हरिचंद ज्योति कित्थे बाबा, हुण धुंधला जाला गुबार को, यानी हनेरा नज़र आंदा है। सिर तो पैरों तक इस चरखे की चूल चूल ढिली हो गई है, मतलब भी वह सारा शरीर झरझरा हो गया है, कमज़ोर हो गया है, बीमारी नाल ग्रसित हो गया है। साधु ये तो हम देख रहे हैं स्वास्थ्य ठीक नहीं है। मिक्सचर वाली शीशी वाली इशारा करके जो डॉक्टर को लैके आया ना, विलायती औषधि खाते हो। हरिचंद एक नहीं बाबा, कई गोलियां ते पुड़ियां दिखा के ए देखो ए देखो। साधु विलायती औषधि गर्म और खुश्क है, इससे लाभ नहीं होता। हरिचंद पर डॉक्टर नूं तां लाभ ही लाभ है। फिर मजाक करता है भी मैनू लाभ नहीं, दवाई असर नहीं करती, पर डॉक्टर नूं तां लाभ है ना, वो तो पैसे कमा रहे। साधु मौनधारी वाले इशारा करके महात्मा औषधि देंगे, कायाकल्प हो जाएगी। मौनधारी इशारे नाल तसल्ली करांदा है, यानी तगड़ा हो जाएगा शरीर, चेहरा चमक उठेगा, एकदम इशारा करके समझाता है। साधु नारायणगढ़ के ठाकुर साहब के लिए बनाई थी। हरिचंद बाबा मैं तो दवाइयां खाण तो सत गया नहीं, तंग आ गया, कौड़ियां कुसैलियां बेसवाद हा मुँह बना के इस तरह वो अपना भाव का प्रगटावा करता है। साधु चिंता ना करो, केवल चावल मात्र खानी है, गऊ के माखन में प्रातःकाल, ये भस्म शरीर को कुंदन बना देगी, नहीं तेनों सोने वर्गा बना देगी। हरिचंद किते मैनू ही ना भस्म कर दे, वो मजाक करता है। खैर उदा भी ठीक है, ना शरीर रहेगा ना बीमारियां लगणगियां, नित नित दी खंघदा होया कला ही मुक जाएगी, यानी कलेश जिहड़ा कला वो मुक जाएगी। साधु परंतु भगत सब औषधियों में उत्तम एक औषधि है, 100 रोग का एक दारू। हरिचंद के कन्न खड़े हो जाते, वो ध्यान नाल सुनता है। हरिचंद बाबा वो दारू दस, यानी वो दवाई दस। साधु कहता है वो है दान, दान करो। हरिचंद बाबा भला बाबा गरीब अपना पेट पाले, डॉक्टर नूं पूजे जां दान करे। साधु भगत निश्चय जानो, चिड़ी चौंच भर ले गई नदी ना घटिओ नीर, यानी चिड़ी जे नदी जो चौंच भर के पानी लै जाए की फर्क पैंदा है, असी जे थोड़ा जिहा तुहाडे कोल दान लै जाएंगे की फर्क पेगा। दान दिए धन ना घटे, कह गए भगत कबीर। धन बड़ी उपाधि है, ये जो धन है ना वो बड़ी उपाधि का मतलब बीमारी है, यह बड़ा वड्डा दोष है, यह देन नाल ही सही रहिंदा है। हरिचंद बाबा ये उपाधि बेशक मैनू दे दिओ, यानी वो कहंदा ना भी जिहड़ा पैसा धेला है वो बड़ी उपाधि, यानी बड़ी बीमारी बड़ा कलेश का कारण है। कहंदा अच्छा कलेश है तो मैनू वापस कर दो, यानी तुसीं अपने वालों मैनू दे दिओ। मजाक करदा है। साधु भगत पापां बाज ना कट्ठी होवे, मोया नाल ना जावे। यह गुरबाणी की तुक है, पापां बाजों होवे नाई, मोया साथ ना जाई। तो इस तरह उसनूं थोड़ा जिहा चेंज करके यह जो तूका ने, यह जो आम मुहावरे अखौतां टाइप तूका ने, यह आम लोग वरतते हैं। हरिचंद मैनू नाल ले जाण दा लोभ नहीं बाबा, पर इत्थे तां जरा सौखा हो जावां, यानी मैनू पैसे दे दिओ। पैसा ही रंग रूप है, पैसा ही माल है, बगैर पैसे बगैर आदमी चरखे दी माल है, यानी घूमी जाता है। साधु यह ठीक है, परंतु धन तो होते हैं देने के लिए, ना कि दबा के रखने के लिए। भगत महात्मा को मौन व्रत खोलते समय यज्ञ कराना नियत किया है। काशी जी में पंडित विद्वान पधारेंगे,
काशी जी से पंडित विद्वान पधारेंगे, यानी बनारस तो साधु जन भोजन करेंगे, तुम्हारा कल्याण होगा। इस शुभ अवसर पर उदार हृदय से दान देना, यानी खुले दिल नाल दान देना। इस वेले वेड़े विच बाइसाइकिल की घंटी बजदी है। हुण इस समय किशोर चंद जो हरीचंद और राम प्यारी का मुंडा 30 साल का सरकारी दफ्तर में नौकरी लगता है, इसके सरकारी क्वार्टर भी सारे मिल जुल के रहते हैं। हुण वो वेड़े विच आंदा है, यानी वो शाम के समय आ जाता है। किशोर बाइसाइकिल में ताला लांदा है। साधु उन्होंने घर बैठे वेख के दान वाली गल सुन के उसनूं गच चढ़ जाता है। गच का मतलब गुस्सा चढ़ जाता है। किशोर गर्म होकर पिता जी साधु कल्याण हो बेटा। मोहनधारी भी आशीर्वादी हत्थां नाल इशारा करता है। हरिचंद सपुत्र है आपका भगत। हरिचंद भगवान दा है बाबा। साधु बहुत भाग्यवान है, मस्तक तो देखो। किशोर कचीची वट के उन्हें पहले गुस्सा आ जाता है। बग बग बंद कर बाबा। हरिचंद पिता जी फिर वो गल, मैं तुहानूं कितनी बारी समझा चुका इन्हां पखंडियां नूं मूँह ना लाया करो। उठो बाबा निकलो इत्थों। हरिचंद किशोर वेले निकम्मे मुफ्त दा चंगा चोखा खा के कितना मास चढ़ा चोबर नूं, यानी जो हट्टा कट्टा ना साधु एकदम चुटमुट होया पिया, सिर उसने बिल्कुल गंजा कराया। कहना देखो कितना इन्हां दा मास चढ़िया पिया। पणता सिर आटा पीण दे लायक है चुटमुट, ਇਹਦਾ मतलब भी इनू बहुत काम कराना चाहिए। हरिचंद किशोर पिता जी तुसीं समझदे नहीं, ਇਹ पेखी साधु शोधे यानी बदमाश मंगते निरे पखंडी। साधु बड़े नरम लहजे च बेटा क्या कह रहे हो? बोली तो अनमोल है, जे कोई जाने बोल हीरे तराजू तोल कर तब मुख बाहर खोल, यानी जो बोली दा सोच समझ के बोली दा। हरिचंद झूम जाता है, वाह महाराज वाह, धन हो। सुने किशोर साधु नूं, महाराज इस दी गल दा गुस्सा ना करना। किशोर पिता जी तुसीं तां बिल्कुल साधु नूं, चलो निकलो इत्थों। साधु अच्छा बेटा उठन लगता है। मोहनधारी नूं भी इशारा करता है भी चलते हैं। हरिचंद जोर नाल खंघदा है ते नाले हत्थां दे इशारे नाल साधु नूं रोकदा है खंघ के। बाबा जी जाओ नहीं, भोजन करके जाना। साधु बेटा क्रोधवान है, हम जाते हैं। आए को आदर नहीं, नैनन नहीं स्नेह, तुलसी वहाँ ना जाइए, कंचन बरसत में। भावें सोना भी बरसे ना, जिथे आदर नहीं उत्थे नहीं जाना चाहिए। राम प्यारी आंदी है, राम प्यारी निम्रता ना, नहीं महाराज रोटी खा के जाना, मैं नहीं एवें जान देना। किशोर बीजी जान दो साधुआं नूं, तुसीं जाओ बाबा। राम प्यारी नहीं मैं हाथ जोड़दी हाँ महाराज, तुहाडी मिन्नत करदी हाँ। साधु माता तेरे इस प्रेम के बंधे कैसे जाएं, तेरी इच्छा भक्ति नहीं तेरी इच्छा। हरिचंद ओ बाबा नाले मेरी औषधि यानी दवाई, जाते कित्थे हो? साधु घबराओ नहीं भगत, औषधि हमारे पास है। मोहनधारी झोली विचों एक बिल कढ़ के दिखाता है, ये देखो जरूर देगा, परंतु महाराज के यज्ञ में केवल 11 रुपये डाल देना। फिर एक लफ्ज़ लमका के कहता है, एक ही आशीर्वाद से। किशोर गुस्से नाल कहता है, पिता जी। उस वेले मोहनधारी उच्ची उच्ची हूंकदा है, गुस्से नाल हत्थां नाल कुछ अजीब ਜਿਹੇ इशारे करता है, जिसका जवाब साधु इशारा भी दिंदा है। हरिचंद बाबा महात्मा जी की कहते हैं? साधु कहते हैं कोई प्राणी इस घर में बहुत दुखी है। हरिचंद मैं जो हाँ, मेरे नाल दुखी और कौन है? इन्नियां बीमारियां लगियां। खंघदा है मोहनधारी इशारे नाल, ओ ये नहीं कोई और जीव है। साधु क्यों बेटा तुम्हें क्या क्लेश है? किशोर मैनू कोई क्लेश कलूश नहीं, इथों झटपट चलते बनो। राम प्यारी काका मदन तू भी संतां दे दर्शन कर ले, तेरा दुख भी निवारणगे। उस वेले मदन अंदरों निकलता है, साधुओं दी गल्लां नाल प्रभावित होकर उसके मत्थे की पट्टी दिसदी है, क्योंकि उसने पट्टी नाल अपना जो निशान है शनाख्ती पहचान का चिन्ह लुकाया हुआ है। किशोर ओहो मदन तू इत्थे किस तरह? मदन मैं अज दौरे ते हाँ, सोचा कि लागो लंघदियां तुहानूं भी मिल जावां, बस रात दी रात। साधुओं के भी कुछ इशारा नहीं समझ आते भी यही बंदा है। साधु बेटा कल्याण हो, तुम दुखी हो। मोहनधारी दे इशारे। मदन बाबा दौरे विच सुख किते, यानी मैं दौरे का मतलब है भी मैं पड़ताल लई किते दूजे इलाकों में घूम रहा। साधु सत्य है कलयुग में सब जीव दुखी हैं, नानक दुखिया सब संसार। किशोर इन्हां साधुआं क्या पखंड रचिया होया? मदन 2-4 दोहे रट छड़ते हैं तो लोगों को लुटते फिरते हैं। आओ वेखो पिताजी वाल। साधु ठीक कहा बेटा, साधु नाम को कलंकित करने वाले भी हैं। किशोर ए साधु घरां विच आके जनानियां तो जेवर ते होर कीमती समान ठग के लै जाते हैं। ए विश्वासघाती, ए विभचारी कहते जो करैक्टरलैस बंदा है, जो कि पराइयां इस्त्रियां दे वाल माड़ी नज़र नाल देखदा है, माड़े काम यानी कुकर्म करदा, उन्हें विभचारी कहते हैं। तो राम प्यारी विभचारी लफ्ज़ सुन के चौंक उठदी है, वे काका की हो गया तैनूं, बोल कबोल ना मूँहों कढ़। हरिचंद कहता है जबान नूं लगाम दे। किशोर पिता जी की कहते हो? मैं अखबार विच पढ़िया 2 हवालाती मुजलम फरार होए ने, एक दा हुलिया तो बिल्कुल इस चुटमुट नाल मिलदा, मैं तुहानूं विखाना। हरिचंद किशोर ऐ की बेहुदगी करदा है? राम प्यारी बाबा जी इस काके का कष्ट निवारण करो। साधु हाँ इधर आओ, हाथ दिखाओ, देखूं तुम्हारी हस्तरेखा, तुम्हारी आयु क्या होगी। मदन कहना 32, इत्थे अस लिखिया है 30 साल, पर इत्थे अपने मूँहों कहता है 32 साल। साधु हाँ तो 32वें बरस तुम्हें सिर पर चोट आनी चाहिए। मदन चोट आई महाराज, सीढ़ियों से गिर पड़ा, माथे पर चोट आई। साधु
वो एक ही बात है, तुम्हारा कष्ट दूर होने वाला है। मदन, बाबा जी दौरे ਵਿੱਚ ਕਸ਼ਟ ਤਾਂ ਜ਼ਰੂਰ ਹੁੰਦਾ ਹੈ, ਜਦੋਂ ਅਸੀਂ ਘੁੰਮਦੇ ਫਿਰਦੇ ਹਾਂ ਇੱਧਰ ਉੱਧਰ ਜਾਂਦੇ ਹਾਂ ਕੰਮ ਦੇ ਮੌਕੇ ਤੇ ਕਸ਼ਟ ਹੁੰਦਾ ਹੈ। ਸਾਧੂ, ਥੋੜਾ ਹੀ ਸਮਾਂ ਰਹਿ ਗਿਆ, ਦੌਰਾ ਵੀ ਸਮਾਪਤ ਹੋਣੇ ਵਾਲਾ ਹੈ, ਤਾਂ ਮਤਲਬ ਉਹਨੂੰ ਫੜਿਆ ਜਾਏਗਾ, ਤੇਰਾ ਭੱਜ ਦੌੜ ਖਤਮ ਹੋਣ ਵਾਲੀ ਹੈ। ਅੱਗੋਂ ਹੱਥ ਨੂੰ ਵੇਖ ਕੇ ਗੰਭੀਰਤਾ ਨਾਲ ਸਿਰ ਹਿਲਾ ਕੇ, तुम्हें कहीं से गुप्त धन भी प्राप्त होना चाहिए, यानी 48,000 रुपये गबन किया है, तुम्हें मिलना चाहिए। अजय तक कष्ट ही कष्ट है महाराज। साधु, महात्मा को नमस्कार करो, बड़े करनी वाले ने, इनकी दया दृष्टि हो गई, 9 निधि 12 सिद्धि हो जाएंगी। मुस्कुरा के मदन बैठा बैठा मोहनधारी वाल नमस्कार करता है, फिर मोहनधारी वालों मूँह मोड़ के साधु वाल कर लेंदा है। मोहनधारी को जो इशारे करता है, राम प्यारी इस बच्चे ते दया करनी, बड़ा सीधा ते भोला है। क्यों भोला है? क्योंकि 48,000 रुपये का गमन करके भजे। ਇੰਨੀ ਦੇਰ ਨੂੰ ਕਿਸ਼ੋਰ ਅੰਦਰੋਂ ਅਖਬਾਰ ਲੈ ਕੇ ਨਿਕਲਦਾ ਹੈ। ਕਿਸ਼ੋਰ, ਇਹ ਵੇਖੋ ਇਹ ਵੇਖੋ। ਸਾਧੂ, ਬੇਟਾ ਸਾਧੂ ਸੰਗ ਮਜ਼ਾਕ ਅੱਛਾ ਨਹੀਂ ਹੈ। ਕਿਸ਼ੋਰ, ਇਹ ਪੱਤੇਬਾਜ਼ੀਆਂ ਮੇਰੇ ਨਾਲ ਨਹੀਂ ਚੱਲ ਸਕਦੀਆਂ, ਪੱਤੇਬਾਜ਼ੀਆਂ ਨਹੀਂ ਚਲਾਕੀਆਂ। ਹਰੀਚੰਦ, ਬਾਬਾ ਇਸ ਦਾ ਦਿਮਾਗ ਮੱਥੇ ਵਾਲੀ ਇਸ਼ਾਰਾ ਕਰਕੇ ਅੱਜ ਕੱਲ੍ਹ ਟਿਕਾਣੇ ਨਹੀਂ। ਸਾਧੂ ਹੱਸਦਾ ਹੈ, ਕੋਈ ਬਾਤ ਨਹੀਂ, ਬੱਚਾ ਹੈ, ਚੰਚਲ ਵृत्ति है इसकी। किशोर, ਇਹ ਵੇਖੋ ਪਿਤਾਜੀ ਅਖਬਾਰ ਪੜ੍ਹਦਾ ਹੈ। हवालाती फरार, कद 5 फुट 7 इंच, रंग गंदमी, बाएं घुटने पर फोड़े का दाग। साधु ਨੂੰ उठो चोबे, जरा दिखा खब्बा गोडा। साधु ਨੂੰ बाजू तो पकड़ के उठाने यानी जबरदस्ती उठाने की कोशिश करता है। साधु, भक्त ये हमारा अपमान है। हरिचंद यानी प्यो गुस्से नाल कड़क के, किशोर बहुत हो गया। साधु, साधु की निंदा बड़ा अपराध है, इसका बड़ा भारी दंड है। गुरु महाराज कहते हैं, संत का निंदक राजतहीन, संत का निंदक दुखियार दिन, संत का निंदक महात्यारा, संत का निंदक परमेश्वर मारा। ए सुखमनी साहब की तुक है। राम पेरी, हे राम, भै नाल कंबदी हुई। किशोर, ए साधु नहीं बीजी, कोई महापखंडी है। हरिचंद, किशोर बंद करे बकबक। साधु, पापी दुष्ट। राम पेरी कहती है, खिमा करो महाराज, शुदाई हो गया छोकरा। किशोर, तुसी सारे शुदाई हो गए हो, ए भगोड़ा मुजरम है। यानी वो इन्हां दोनों मौनधारी साधु नूं मुजरिम मनदा जिहड़े कि जेल तो हवालात तो भज गए ने। हरिचंद, जुबान संभाल किशोर, जुबान संभाल। साधु, कल्याण हो भगत, संत की महिमा कोई विरला जाने। किशोर टिचकरी नाल, हे संत दी महिमा पुलिस पछाणे, चलो ये थाने। साधु, नहीं जाएंगे थाने, हम कोई चोर हैं, अपराधी हैं। किशोर, नहीं जाएंगे, मैं पुलिस नूं इत्थे लियाना। साधु, लाओ, हम पुलिस को जानते हैं, पुलिस हमको जानती है। किशोर, हुणे तेरियां शेखियां निकल जाणगियां सारियां। किशोर पुलिस लियाउण लई तैयार मालूम हुंदा है। मदन बहुत घबराहट, पुलिस। हरिचंद, नहीं आएगी पुलिस मेरे घर। किशोर, पिताजी जरूर आएगी, मैं चलिया। जान लगता है हरिचंद उसनूं जफ्फा मार के पकड़ लैंदा है। राम प्यारी, पुलिस। हरिचंद, किशोर नहीं। मदन घबराया, किशोर पापा। किशोर बाहरों नੱਠ ਜਾਂਦਾ पुलिस ਨੂੰ ਬੁਲਾਉਣ ਲਈ। मदन बहुत घबराहट ਵਿੱਚ, मासी मासड़ जी मैं ਚੱਲਿਆ। साधु जोर ਨਾਲ मदन ਨੂੰ ਪਕੜ ਲੈਂਦਾ ਹੈ, ਸੱਜੇ ਹੱਥ ਨਾਲ ਉਸ ਦੀ ਪੱਟੀ ਅੱਗੇ ਹੋ ਕੇ ਖੋਲ ਦਿੰਦਾ ਤੇ ਦਾਗ ਨੂੰ ਦੇਖ ਕੇ। साधु, ਹੁਣ ਕਿੱਥੇ ਜਾਣਾ ਬੱਚੂ? ਮੋਹਨਤਾਰੀ ਨੂੰ, ਇੰਸਪੈਕਟਰ ਸਾਹਿਬ ਇਹ ਸ਼ਨਾਖਤੀ ਦਾਗ ਮੱਥੇ ਉਤੇ। मदन 100 दिन ਚੋਰ ਦਾ 1 दिन ਸਾਧ ਦਾ। ਇਸ ਤਰ੍ਹਾਂ ਮੋਹਨਧਾਰੀ ਤੇ ਸਾਧੂ ਆਪਣੇ ਅਸਲੀ ਰੂਪ ਵਿੱਚ ਆ ਕੇ ਉਸ ਨੂੰ ਪਕੜ ਲੈਂਦੇ ਨੇ। ਮਦਨ ਨੱਠਣ ਦੀ ਬੇਕਾਰ ਕੋਸ਼ਿਸ਼ ਕਰਦਾ ਹੈ, ਪਰ ਸਾਧੂ ਨੇ ਉਸ ਨੂੰ ਜਕੜਿਆ ਹੋਇਆ ਹੈ। ਮੋਹਨਧਾਰੀ ਫੁਰਤੀ ਨਾਲ ਝੋਲੀ 'ਚ ਰਿਵਾਲਵਰ ਤਾਣ ਲੈਂਦਾ ਹੈ। ਖਬਰਦਾਰ ਹਿਲੋ ਮਤ। ਦੂਜੇ ਹੱਥ ਨਾਲ ਆਪਣੀ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ ਹੈ, ਮੈਂ ਇੰਸਪੈਕਟਰ ਦੀਪਚੰਦ, ਹਵਾਲਦਾਰ ਜਾਣੇ ਨਾ ਪਾਏ ਮੁਲਜ਼ਮ। ਮਦਨ ਕਰਾ ਕੇ, ਹਾਏ ਰੱਬਾ ਮੈਂ ਮਾਰਿਆ ਗਿਆ। ਇਸ ਤਰ੍ਹਾਂ ਨਾਟਕ ਖਤਮ ਹੋ ਜਾਂਦਾ ਹੈ। ਸਾਨੂੰ ਪਤਾ ਲੱਗਦਾ ਹੈ ਵੀ ਇਹ ਮੋਹਨਧਾਰੀ ਔਰ ਸਾਧੂ ਇਹ ਨਕਲੀ ਸਾਧੂ ਨੇ और भेख करके, क्योंकि ये पुलिस मुलाजिम ने और मदन लाल पकड़ने लिए पूरा जाल बिछा के इस घर के अंदर एंटर हो गया। उन्होंने अपना कर्तव्य बड़ी बखूबी निभाया है तो सफलता प्राप्त की है। यह है एक सरल जिहा हल्का जिहा रोचक अंदाज ईश्वर चंद्र IC नंदा का। तो असी हुण इस दे प्रश्न उत्तर करते हैं। हुण जदों असी इस मौनधारी इकांगी के प्रश्नों वाल झाती मारते हैं तो साडा जो पहला प्रश्न है वो वार्तालाप का है। वार्तालाप का मतलब इस 3 वार्तालाप ने, तिन्ना वार्तालाप किसने किसनूं कहे तो उस दे नाल रिलेटेड होर जिहड़े प्रश्न ने ਹੇਠ ਲਿਖੇ ਵਾਰਤਾਲਾਪ ਨੂੰ ਧਿਆਨ ਨਾਲ ਪੜੋ ਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾ ਹੈ, ਸੁਖੀ ਸੰਦੀ ਮਰਨ ਤੇਰੇ ਵੈਰੀ। ਇੱਥੇ ਪੁਲਿਸ ਨਹੀਂ ਹੱਸਦੀ, ਘਬਰਾ ਨਾ, ਚੱਲ ਅੰਦਰ, ਹੱਥ ਮੂੰਹ ਧੋ ਤੇ ਤੇਰਾ ਵੀਰਾ ਹੁਣੀ ਦਫ਼ਤਰੋਂ ਆਉਂਦਾ ਹੈ ਤਾਂ ਤੁਹਾਨੂੰ ਚਾਹ ਬਣਾ ਕੇ ਦਿੰਨੀ ਆ। ਇਹ ਡਾਇਲੌਗ ਹੈ, ਰੈਫਰੈਂਸ ਟੂ ਕੰਟੈਕਸਟ ਹੈ। ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਅਤੇ ਕਿਸ ਨੂੰ ਕਹੇ? ਪਹਿਲਾ ਪ੍ਰਸ਼ਨ ਹੈ, ਉੱਤਰ ਹੈ ਵੀ ਇਹ ਸ਼ਬਦ ਰਾਮ ਪਿਆਰੀ ਨੇ ਆਪਣੇ ਭਾਣਜੇ ਭਣੇਵੇਂ, ਭਾਣਜੇ ਵੀ ਕਹਿ ਸਕਦੇ ਹੋ, ਭਣੇਵੇਂ ਵੀ ਕਹਿ ਸਕਦੇ ਹੋ, ਆਪਣੇ ਭਾਣਜੇ ਮਦਨ ਨੂੰ ਕਹੇ। ਅਗਲਾ ਪ੍ਰਸ਼ਨ ਇਸੇ ਦਾ 2 ਨੰਬਰ ਹੈ, ਨਹੀਂ ਊੜੇ ਦਾ ਪਹਿਲਾ ਸੀ, ਊੜੇ ਦਾ ਦੂਜਾ ਹੈ। ਰਾਮ ਪਿਆਰੀ ਮਦਨ ਨੂੰ ਕਿਵੇਂ ਦਿਲਾਸਾ ਦਿੰਦੀ ਹੈ? ਇਸ ਗੱਲ ਰਾਹੀਂ ਜੋ ਰਾਮ ਪਿਆਰੀ ਹੈ ਆਪਣੇ ਭਾਣਜੇ ਜਾਂ ਭਣੇਵੇਂ ਮਦਨ ਨੂੰ ਕਹਿੰਦੀ ਹੈ ਵੀ ਇਹ ਘਰ ਸੁਰੱਖਿਅਤ ਹੈ, ਇਸ ਵਿੱਚ ਬੇਫਿਕਰ ਰਹਿ ਔਰ ਖਾ ਪੀ ਕੇ ਬੇਫਿਕਰ यानी निश्चिंत हो जा, तो चिंता ना कर, पुलिस इत्थे नहीं आ सकती। तीसरा प्रश्न है, वीरा कित्थों आउण वाला है तो उसके आउण ते की बनाउण दा विचार है?
ਵੀਰਾ ਦਾ ਮਤਲਬ ਹੈ ਕਿਸ਼ੋਰ, ਜੋ ਕਿ ਰਾਮ ਪਿਆਰੀ ਦਾ ਬੱਚਾ ਹੈ ਤੇ ਉਸ ਦੀ ਜਿਹੜੀ ਉਮਰ ਹੈ ਉਹ ਵੀ ਮਦਨ ਜਿੰਨੀ ਹੈ। ਉਹ ਦਫ਼ਤਰੋਂ, ਉਸਨੇ ਸਰਕਾਰੀ ਦਫ਼ਤਰੋਂ ਸ਼ਾਮ ਦੇ ਸਮੇਂ ਛੁੱਟੀ ਕਰਕੇ ਆਉਣਾ ਹੈ ਤੇ ਉਸ ਸਮੇਂ ਚਾਹ ਦੀ ਤਿਆਰੀ ਕਰਨੀ, ਇਹ ਗੱਲ ਕਹਿਣ ਲੱਗੀ ਉਹ। ਹੁਣ ਇਸ ਤੋਂ ਬਾਅਦ ਐੜਾ ਵਾਰਤਾਲਾਪਾਂ ਦਾ ਦੂਜਾ ਵਾਰਤਾਲਾਪ ਹੈ ਕਚੀਚੀ ਵੜ ਕੇ, ਨਹੀਂ ਗੁੱਸੇ ਨਾਲ, ਬਕ ਬਕ ਬੰਦ ਕਰ ਬਾਬਾ। ਫਿਰ ਆਪਣੇ ਪਿਤਾ ਹਰੀਚੰਦ ਨੂੰ ਕਹਿਣਾ, ਪਿਤਾ ਜੀ ਫਿਰ ਉਹ ਗੱਲਾਂ, ਮੈਂ ਤੁਹਾਨੂੰ ਕਿਤਨੀ ਵਾਰ ਸਮਝਾ ਚੁੱਕਿਆ ਹਾਂ ਕਿ ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ, ਉਠੋ ਬਾਬਾ ਨਿਕਲੋ ਇੱਥੋਂ। ਹੁਣ ਇਸ ਵਿੱਚ ਵਾਰਤਾਲਾਪ ਵਿੱਚ ਦੱਸਿਆ ਵੀ ਪਹਿਲੀ ਗੱਲ, ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ, ਧਿਆਨ ਨਾਲ ਸੁਣੋ। ਇਹ ਦੋ ਜਣਾਂ ਨੂੰ ਸੰਬੋਧਿਤ ਨੇ। ਇਹ ਵਾਰਤਾਲਾਪ ਦੇ ਇਹ ਜੋ ਡਾਇਲੌਗਸ ਨੇ, ਇਹ ਸ਼ਬਦ ਨੇ, ਇਹ ਕਿਸ਼ੋਰ ਪਹਿਲਾਂ ਸਾਧੂ ਨੂੰ ਕਹਿੰਦਾ, ਫਿਰ ਆਪਣੇ ਪਿਤਾ ਹਰੀਚੰਦ ਨੂੰ ਕਹਿੰਦਾ। ਪਹਿਲਾਂ ਉਹ ਸਾਧੂ ਨੂੰ ਕਹਿੰਦਾ, ਯਾਨੀ ਸ਼ੁਰੂ 'ਚ ਵੀ ਸਾਧੂ ਨੂੰ ਕਹਿੰਦਾ ਔਰ ਲਾਸਟ ਵਿੱਚ ਵੀ ਸਾਧੂ ਨੂੰ ਕਹਿੰਦਾ, ਪਰ ਵਿਚਕਾਰ ਜੋ ਡਾਇਲੌਗ ਆਪਣੇ ਪਿਤਾ ਹਰੀਚੰਦ ਨੂੰ ਕਹਿੰਦਾ। ਇਸੇ ਦਾ ਦੂਸਰਾ ਪ੍ਰਸ਼ਨ ਹੈ ਵੀ ਪੁੱਤਰ ਯਾਨੀ ਕਿਸ਼ੋਰ ਆਪਣੇ ਪਿਤਾ ਯਾਨੀ ਹਰੀਚੰਦ ਨੂੰ ਕੀ ਸਮਝਾ ਰਿਹਾ। ਉਹ ਕਹਿੰਦਾ ਵੀ ਐਸੇ ਪਖੰਡੀ ਸਾਧੂਆਂ ਦੇ ਬਹਿਕਾਵੇ 'ਚ ਇਹਨਾਂ ਦੀਆਂ ਚੰਗੀਆਂ ਗੱਲਾਂ 'ਚ ਨਾ ਆਓ, ਕਿਉਂਕਿ ਇਹ ਧੋਖੇਬਾਜ਼ ਹੁੰਦੇ ਆ, ਸਾਧੂਆਂ ਦੇ ਭੇਸ਼ ਵਿੱਚ ਲੋਕਾਂ ਨਾਲ ਠੱਗੀ ਕਰਦੇ ਔਰ ਲੋਕਾਂ ਦੇ ਨੁਕਸਾਨ ਕਰ ਜਾਂਦੇ। ਤੀਸਰਾ ਪ੍ਰਸ਼ਨ ਹੈ ਇਸੇ ਦੂਸਰੇ ਡਾਇਲੌਗ ਦਾ ਹੀ, ਇੱਥੇ ਬਾਬੇ ਨੂੰ ਕੀ ਕਰਨ ਲਈ ਕਿਹਾ ਗਿਆ। ਇੱਥੇ ਬਾਬੇ ਨੂੰ ਘਰੋਂ ਬਾਹਰ ਨਿਕਲ ਜਾਣ ਨੂੰ ਕਿਹਾ, ਇਹਨੂੰ ਉਸਨੂੰ ਕਹਿੰਦੇ ਵੀ ਇੱਥੋਂ ਦਫਾ ਹੋ ਜਾਓ, ਯਾਨੀ ਘਰੋਂ ਬਾਹਰ ਨਿਕਲ ਜਾਣ ਨੂੰ ਕਿਹਾ। ਉਸ ਵਾਰ ਫਿਰ ਤੀਸਰਾ ਡਾਇਲੌਗ ਹੈ, ਫੁਰਤੀ ਨਾਲ ਝੋਲੀ ਵਿੱਚੋਂ ਰਿਵਾਲਵਰ ਤਾਣ ਕੇ, ਖਬਰਦਾਰ ਹਿਲੋ ਮਤ। ਦੂਜੇ ਹੱਥ ਨਾਲ ਆਪਣੀ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ ਹੈ, ਮੈਂ ਇੰਸਪੈਕਟਰ ਦੀਪਚੰਦ ਹਵਾਲਦਾਰ, ਜਾਣੇ ਨਾ ਪਾਏ ਮੁਲਜ਼ਮ। ਪ੍ਰਸ਼ਨ ਹੈ ਇਸ ਵਾਰਤਾਲਾਪ ਅਨੁਸਾਰ ਮਦਨ ਨੂੰ ਕਿਵੇਂ ਖਬਰਦਾਰ ਕੀਤਾ ਗਿਆ ਹੈ। ਇਸ ਵਾਰਤਾਲਾਪ ਵਿੱਚ ਪਤਾ ਲੱਗਦਾ ਹੈ ਵੀ ਉਸਨੂੰ ਰਿਵਾਲਵਰ ਤਾਣ ਕੇ ਔਰ ਬੋਲਾਂ ਰਾਹੀਂ ਉਸਨੂੰ ਸਾਵਧਾਨ ਕੀਤਾ ਤਾਂ ਕਿ ਉਹ ਭੱਜ ਨਾ ਜਾਵੇ, ਨਹੀਂ ਤੇ ਉਹ ਗੋਲੀ ਮਾਰ ਦੇਗਾ। ਹਵਲਦਾਰ ਨੂੰ ਕੀ ਕਰਨ ਲਈ ਕਿਹਾ ਹੈ। ਹਵਲਦਾਰ ਨੂੰ ਇਸ ਅਪਰਾਧੀ ਮਦਨ ਨੂੰ ਫੜਨ ਲਈ ਕਿਹਾ, ਕਿਉਂਕਿ ਉਹ ਕਿਸੇ ਗੱਬਨ ਦੇ ਕੇਸ ਵਿੱਚ ਫਰਾਰ ਸੀ ਕਈ ਮਹੀਨਿਆਂ ਤੋਂ, ਤੇ ਉਹ ਹਵਲਦਾਰ ਨੂੰ ਕਹਿੰਦਾ ਕਿ ਇਸ ਅਪਰਾਧੀ ਮਦਨ ਨੂੰ ਫੜ ਲਓ ਫਟਾਫਟ। ਅਗਲਾ ਪ੍ਰਸ਼ਨ ਹੈ ਜਾਣੇ ਨਾ ਪਾਏ ਮੁਲਜ਼ਮ। ਵਾਰਤਾਲਾਪ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ। ਇਹ ਜਿਹੇ ਸ਼ਬਦ ਨੇ ਇੰਸਪੈਕਟਰ ਦੀਪਚੰਦ ਨੇ ਆਪਣੇ ਹਵਲਦਾਰ ਨੂੰ ਕਹੇ। ਹਵਲਦਾਰ ਦਾ ਨਾਂ ਨਹੀਂ ਹੈ, ਇਸ ਕਰਕੇ ਆਪਾਂ ਲਿਖਾਂਗੇ ਇੰਸਪੈਕਟਰ ਦੀਪਚੰਦ ਨੇ ਇਹ ਸ਼ਬਦ ਹਵਲਦਾਰ ਨੂੰ ਆਖੇ। ਹੁਣ ਸਭ ਤੋਂ ਖਾਸ ਪ੍ਰਸ਼ਨ ਜਿਹੜੇ ਕਿ ਪੇਪਰਾਂ 'ਚ ਆਉਣਗੇ, ਇੱਕ ਹੈ ਵੀ ਇਸ ਇਕਾਂਗੀ ਦਾ ਸਾਰ ਲਿਖੋ। ਸਾਰ ਦੀ ਗੱਲ ਅਸੀਂ ਸਭ ਤੋਂ ਪਹਿਲੇ ਕਰ ਚੁੱਕੇ ਹਾਂ। ਉਸ ਤਰ੍ਹਾਂ ਦੀ ਕਹਾਣੀ ਬਣਾ ਕੇ ਸੰਖੇਪ ਕਰਕੇ ਇੱਕ ਪੈਰਾਗ੍ਰਾਫ ਜਿਸ ਵਿੱਚ ਕਿ 100, 125, 150 ਸ਼ਬਦ ਹੋਣ, ਅਸੀਂ ਉਹਨਾਂ ਸ਼ਬਦਾਂ 'ਚ ਪੂਰਾ ਸਾਰ ਲਿਖ ਸਕਦੇ ਹਾਂ। ਇਹਨਾਂ ਸ਼ਬਦਾਂ ਨੂੰ 100 ਤੋਂ 125 ਤੋਂ ਕੁਝ ਵਧਾ ਘਟਾ ਵੀ ਸਕਦੇ ਹਾਂ, ਯਾਨੀ ਗੱਲ ਪੂਰੀ ਜੋ ਮੈਸੇਜ ਹੈ ਪੂਰਾ ਹੋ ਜਾਵੇ। ਹੁਣ ਅਸੀਂ ਜੋ ਇੰਪੋਰਟੈਂਟ ਕੁਐਸਚਨ ਹੈ ਉਹ ਹੈ ਪਾਤਰ ਚਿਤਰਨ, ਜਿਵੇਂ ਇਸ ਵਿੱਚ ਜੋ ਪਾਤਰ ਨੇ ਉਹਨਾਂ ਦੇ ਸੁਭਾਅ ਬਾਰੇ ਦੱਸਣਾ। ਸਭ ਤੋਂ ਪਹਿਲਾ ਪਾਤਰ ਹੈ ਰਾਮ ਪਿਆਰੀ। ਅਸੀਂ ਕਹਾਂਗੇ ਹਰੇਕ ਜਿੰਨੇ ਵੀ ਅਸੀਂ ਚਰਿੱਤਰ ਕਰਾਂਗੇ, ਪਾਤਰ ਕਰਾਂਗੇ, ਇਹਨਾਂ ਦੇ ਨਾਲ ਲਿਖਾਂਗੇ ਵੀ ਇਹ ਪਾਤਰ ਇਕਾਂਗੀ ਮੋਹਨਧਾਰੀ ਦਾ ਮਹੱਤਵਪੂਰਨ ਪਾਤਰ ਹੈ। ਇਹ ਪਾਤਰ ਇਕਾਂਗੀ ਮੋਹਨਧਾਰੀ ਦੀ ਮਹੱਤਵਪੂਰਨ ਪਾਤਰ ਹੈ ਜਾਂ ਮੋਹਨਧਾਰੀ ਦਾ ਮਹੱਤਵਪੂਰਨ ਪਾਤਰ ਹੈ, ਜਿਸ ਨੂੰ ਇਕਾਂਗੀਕਾਰ ਈਸ਼ਵਰ ਚੰਦਰ ਨੰਦਾ ਨੇ ਬੜੇ ਤਰੀਕੇ ਨਾਲ ਉਭਾਰਿਆ ਹੈ। ਉਸ ਦੇ ਚਰਿੱਤਰ ਨੂੰ ਇਕਾਂਗੀਕਾਰ ਜਾਂ ਨਾਟਕਕਾਰ ਈਸ਼ਵਰ ਚੰਦਰ ਨੰਦਾ ਨੇ, IC ਨੰਦਾ ਨੇ ਬੜੇ ਸੁਚੱਜੇ ਤਰੀਕੇ ਨਾਲ ਉਸ ਨੂੰ ਨਿਖਾਰਿਆ, ਉਸ ਦੇ ਚਰਿੱਤਰ ਨੂੰ। ਫਿਰ ਅਸੀਂ ਕਰਾਂਗੇ ਵੀ ਮੁੱਖ ਪਾਤਰ ਹੈ, ਮਹੱਤਵਪੂਰਨ ਪਾਤਰ ਹੈ, ਅਧਖੜ ਉਮਰ ਦੀ ਹੈ। ਫਿਰ ਅਸੀਂ ਗੱਲ ਕਰਾਂਗੇ ਪਰਿਵਾਰ ਦੀ। ਪਰਿਵਾਰ ਦੀ ਗੱਲ ਜਿਹੜਾ ਨਾ ਉਹ ਅਸੀਂ ਕਰਨੀ ਹੈ ਰਾਮ ਪਿਆਰੀ 'ਚ, ਅਸੀਂ ਕਰਨੀ ਹੈ ਹਰੀਚੰਦ ਵਿੱਚ, ਮਦਨ ਲਾਲ ਕਿਸ਼ੋਰ, ਮਦਨ ਲਾਲ ਵਿੱਚ ਵੀ ਨਹੀਂ ਆਏਗੀ, ਕਿਸ਼ੋਰ 'ਚ ਜ਼ਰੂਰ ਆਏਗੀ। ਅਸੀਂ ਪਰਿਵਾਰ ਦੀ ਗੱਲ ਕਰਾਂਗੇ। ਰਾਮ ਪਿਆਰੀ ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਹੈ, ਜਿਸ ਦੇ ਪਤੀ ਦਾ ਨਾਮ ਹੈ ਹਰੀਚੰਦ, ਪੁੱਤਰ ਦਾ ਨਾਮ ਹੈ ਕਿਸ਼ੋਰ। ਉਹ ਇੱਕ ਸਰਕਾਰੀ ਕੁਆਟਰ ਵਿੱਚ, ਸਰਕਾਰੀ ਘਰ ਵਿੱਚ ਆਪਣੇ ਬੱਚੇ ਅਤੇ ਪਤੀ ਨਾਲ ਰਹਿੰਦੀ ਹੈ, ਯਾਨੀ ਅਧਖੜ ਉਮਰ ਦੀ ਜਨਾਨੀ ਹੈ। ਪਤੀ ਦੀ ਗੱਲ ਵੀ ਕਰ ਲਈ, ਪੁੱਤਰ ਦੀ ਵੀ ਗੱਲ ਕਰ ਲਈ। ਹੁਣ ਉਹ ਪਰੇਸ਼ਾਨ ਰਹਿੰਦੀ ਹੈ ਮਾੜੀ ਗੱਲ ਤੋਂ, ਮਹਿੰਗਾਈ ਤੋਂ ਪਰੇਸ਼ਾਨ ਹੈ, ਮਹਿੰਗੇ ਹੁੰਦੇ ਜਾਂਦੇ ਸਮਾਨ ਤੋਂ ਉਹ ਪਰੇਸ਼ਾਨ ਹੈ, ਔਰ ਨਾਲ ਹੀ ਆਪਣਾ ਪਤੀ ਜੋ ਉਸਦਾ ਹਰੀਚੰਦ, ਉਸ ਦੇ ਰੋਗ, ਉਸ ਦੀ ਬਿਮਾਰੀ ਤੋਂ ਵੀ ਪਰੇਸ਼ਾਨ ਹੈ। ਤੇ ਅਗਲੀ ਗੱਲ ਇਹ ਹੈ ਕਿ ਉਹ ਬੜੀ ਨੇਕ ਹੈ, ਉਸ ਦਾ ਆਪਣੇ ਸਾਕ ਸੰਬੰਧੀਆਂ ਪ੍ਰਤੀ ਬੜਾ ਮੋਹ ਹੈ। ਹਾਲਾਂਕਿ ਮਦਨ ਲਾਲ ਗਬਨ ਕਰਕੇ ਉਹਨੂੰ ਦੱਸ ਵੀ ਦਿੰਦਾ, ਮੈਂ ਜਿਹੜੇ ਮੇਰੇ ਤੇ ਗਬਨ ਦਾ ਕੇਸ ਹੈ, ਪੁਲਿਸ ਮੇਰੇ ਪਿੱਛੇ ਪਈ ਹੈ, ਫਿਰ ਵੀ ਆਪਣੇ ਭਾਣਜੇ ਭਣੇਵੇਂ ਮਦਨ ਲਾਲ ਦੇ ਮੋਹ ਕਰਕੇ ਉਸ ਨੂੰ ਪਨਾਹ ਦਿੰਦੀ ਹੈ, ਉਸ ਨੂੰ ਹਿਫਾਜ਼ਤ ਵਿੱਚ ਆਪਣੇ ਘਰ ਰੱਖਦੀ ਹੈ, ਰੱਬ ਤੇ ਭਰੋਸਾ ਕਰਨ ਵਾਲੀ ਹੈ, ਹਰ ਗੱਲ ਤੇ ਹੇ ਰਾਮ ਕਰਦੀ ਹੈ, ਸਭ ਦਾ ਭਲਾ ਮੰਗਣ ਦੀ ਅਰਦਾਸ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਚਰਿੱਤਰ 'ਚ ਲਿਖਿਆ, ਇਹ ਸਾਰੀ ਗੱਲਾਂ ਪੁਆਇੰਟਸ ਵਿੱਚ ਲਿਖਣੀਆਂ ਵੀ ਉਸ ਨੂੰ ਸਾਧੂ ਸੇਵਾ ਦਾ ਬੜਾ ਚਾਅ ਹੈ। ਘਰ ਵਿੱਚ ਜਦੋਂ ਉਸਦੇ ਸਾਧੂ ਆਉਂਦੇ ਨੇ, ਦੋ ਸਾਧੂ ਮੋਹਨਧਾਰੀ ਔਰ ਉਸਦੇ ਨਾਲ ਦਾ ਸਾਧੂ, ਤੇ ਉਹਨਾਂ ਦੀ ਬੜੀ ਜੀਆਂ ਆਪ ਭਗਤ ਕਰਦੀ ਹੈ, ਬੈਠਣ ਨੂੰ ਕਹਿੰਦੀ ਹੈ, ਜ਼ਬਰਦਸਤੀ ਉਹਨਾਂ ਨੂੰ ਭੋਜਨ ਖਵਾਉਂਦੀ, ਚਾਹ ਪਾਣੀ ਛੱਕ ਕੇ ਜਾਣ ਦੀ ਉਹ ਬੇਨਤੀ ਕਰਦੀ ਹੈ। ਭਾਵੇਂ ਉਸ ਦਾ ਪੁੱਤਰ ਕਿਸ਼ੋਰ
ਉਹਨਾਂ ਸਾਧੂਆਂ ਦੀ ਬੜੀ ਬੇਕਦਰੀ ਕਰਦਾ ਹੈ, ਉਹਨਾਂ ਨੂੰ ਬਾਹਰ ਜਾਣ ਨੂੰ ਕਹਿੰਦਾ ਹੈ, ਪਰੰਤੂ ਫਿਰ ਵੀ ਉਹਨਾਂ ਦੀ ਰੋਟੀ ਪਾਣੀ ਦਾ ਸੇਵਾ ਕਰਕੇ ਬਾਹਰ ਜਾਣ ਦੇਣਾ ਚਾਹੁੰਦੀ ਹੈ। ਇਸ ਤਰ੍ਹਾਂ ਅਸੀਂ ਦੇਖੇ ਵੀ ਰਾਮ ਪਿਆਰੀ ਦੇ ਸੁਭਾਅ ਵਿੱਚ ਇਹ ਗੁਣ ਜਾਂ ਔਗਣ ਨੇ। ਅਗਲੀ ਗੱਲ ਆਉਂਦੀ ਸਾਧੂ ਦੀ। ਜਦੋਂ ਅਸੀਂ ਸਾਧੂ ਦੀ ਗੱਲ ਕਰਦੇ ਹਾਂ, ਇੱਕ ਤੇ ਸਾਧੂ ਹੈ ਜਿਹੜਾ ਮੋਨਤਾਰੀ ਹੈ, ਉਹ ਤੇ ਬ੍ਰੈਕਟ 'ਚ ਤੁਹਾਡੇ ਲਿਖਿਆ ਹੋਇਆ ਹੈ ਵੀ ਮੋਨਤਾਰੀ ਬ੍ਰੈਕਟ 'ਚ ਇੰਸਪੈਕਟਰ ਦੀਪ ਚੰਦ, ਉਹ ਪਤਲਾ ਹੈ, ਉਹਦੀ ਜਿਹੜਾ ਸਰੀਰ ਹੈ ਉਹ ਬੜਾ ਪਤਲਾ ਕਮਜ਼ੋਰ ਜਿਹਾ ਲੱਗਦਾ ਹੈ। ਹੁਣ ਅਸੀਂ ਸਾਧੂ ਦੀ ਗੱਲ ਕਰਦੇ ਹਾਂ ਕਿਉਂਕਿ ਇਸ ਦੇ ਨਾਲ ਹੀ ਬ੍ਰੈਕਟ 'ਚ ਲਿਖਿਆ ਹੈ ਵੀ ਉਹ ਬੜਾ ਹੱਟਾ ਕੱਟਾ ਔਰ ਚੁੱਟ-ਮੁੱਟ ਹੈ। ਚੁੱਟ-ਮੁੱਟ ਦੱਸਿਆ ਸੀ ਵੀ ਜਿਸਨੇ ਸਿਰ ਤੇ ਉਸ ਤਰ੍ਹਾਂ ਫਿਰਾਇਆ, ਸਿਰ ਜਿਹੜਾ ਉਸਦਾ ਬਿਲਕੁਲ ਗੰਜਾ ਜਾਂ ਸਫਾ ਚੱਟਾ, ਉਸਨੂੰ ਚੁੱਟ-ਮੁੱਟ ਕਹਿੰਦੇ। ਸਾਧੂ ਦੀ ਗੱਲ ਚੱਲਦੀ ਹੈ, ਫਿਰ ਅਸੀਂ ਦੁਬਾਰਾ ਲਿਖਾਂਗੇ ਸਾਧੂ ਇਕਾਂਗੀ ਮੋਨਤਾਰੀ ਦਾ ਖਾਸ ਜਾਂ ਅਹਿਮ ਜਾਂ ਮਹੱਤਵਪੂਰਨ, ਕਿਉਂਕਿ ਮਹੱਤਵਪੂਰਨ ਤੁਹਾਡੇ ਕੋਲ ਸਪੈਲਿੰਗ 'ਚ ਮਿਸਟੇਕ ਹੋ ਸਕਦੀ ਹੈ, ਇਸ ਕਰਕੇ ਖਾਸ ਜਾਂ ਅਹਿਮ ਲਿਖ ਸਕਦੇ। ਅਹਿਮ ਵਿੱਚ ਹਾਹੇ ਨੂੰ ਸਿਹਾਰੀ ਆਏਗੀ, ਛੋਟੀ ਮਾਤਰਾ ਆਏਗੀ। ਅਹਿਮ ਪਾਤਰ ਹੈ ਜਿਸ ਨੂੰ ਇਕਾਂਗੀਕਾਰ ਈਸ਼ਵਰ ਚੰਦ ਨੰਦਾ ਨੇ ਬੜੇ ਸੁਚੱਜੇ ਤਰੀਕੇ ਨਾਲ ਉਲੀਕਿਆ ਹੈ, ਯਾਨੀ ਚਿਤਰਿਆ ਹੈ, ਇੱਦਾਂ ਵੀ ਲਿਖ ਸਕਦੇ ਹਾਂ। ਫਿਰ ਅਸੀਂ ਕਹਾਂਗੇ ਵੀ ਇਹ 40 ਤੋਂ 45 ਸਾਲ ਇਸ ਦੀ ਉਮਰ ਹੈ, ਹੱਟਾ ਕੱਟਾ ਹੈ, ਚੁੱਟ-ਮੁੱਟ ਹੈ ਔਰ ਉਹ ਸਾਧੂ ਦੇ ਭੇਸ ਵਿੱਚ ਇੱਕ ਪੁਲਿਸ ਦਾ ਮੁਲਾਜ਼ਮ ਹੈ ਜੋ ਕਿ ਗਬਨ ਦੇ 48,000 ਰੁਪਏ ਗਬਨ ਦੇ ਕੇਸ ਵਿੱਚ ਉਸ ਦੇ ਮੁੱਖ ਅਪਰਾਧੀ ਮਦਨ ਨੂੰ ਲੱਭ ਰਹੇ ਨੇ। ਫਿਰ ਅਸੀਂ ਗੱਲ ਕਰਾਂਗੇ ਵੀ ਉਹ ਇੱਕ ਸਫਲ ਸੂਹੀਆ ਹੈ, ਵੀ ਉਸ ਦਾ ਪਹਿਰਾਵਾ ਉਸਨੇ ਆਪਣਾ ਹੁਲੀਆ ਇਸ ਤਰ੍ਹਾਂ ਦਾ ਬਣਾ ਲਿਆ ਹੈ ਵੀ ਕੋਈ ਵੀ ਉਸ 'ਤੇ ਇਹ ਸ਼ੱਕ ਨਹੀਂ ਕਰ ਸਕਦਾ ਕਿ ਉਹ ਸਾਧੂ ਨਹੀਂ ਕੋਈ ਹੋਰ ਹੈ। ਇਸ ਕਰਕੇ ਉਹ ਇੱਕ ਸਫਲ ਸੂਈ ਹੈ ਔਰ ਆਪਣੇ ਇਸ ਕਲਾ ਕਰਕੇ ਹੀ ਉਹ ਕਈ ਮਹੀਨਿਆਂ ਤੋਂ ਭੱਜੇ ਮਦਨ ਨੂੰ ਫੜਨ ਵਿੱਚ ਕਾਮਯਾਬ ਹੁੰਦਾ ਹੈ। ਆਪਣੇ ਸਾਥੀ ਇੰਸਪੈਕਟਰ ਦੀਪ ਚੰਦ ਦੀ ਉਹ ਸਹਾਇਤਾ ਕਰਦਾ ਹੈ। उसका भेख यानी पहरावा बड़ा सफल पहरावा है। उसनों बड़े सारे अध्यात्मिक दोहे याद ने, क्योंकि जो बाहरों आवाज़ आती है असीं यह नहीं कह सकते कि वो मौनधारी बोल रहे हैं, यानी इंस्पैक्टर दीपचंद, क्योंकि उन्हें तो मौन धारण किया है। इस करके जो दोहे बोलता है, जो गुरबाणी दियाँ तुकां बोलता है, उन्हां सारियां पिछे यह गल पता लगती है भी उसनों अध्यात्मक ਜਿਹੜੇ ਸਾਹਿਤ ਉਸ ਨਾਲ ਬਹੁਤ ਲਗਾਵ ਹੈ। ਇਸ ਕਰਕੇ ਉਹ ਪ੍ਰਭਾਵਿਤ ਕਰਨ ਲਈ ਅਧਿਆਤਮਿਕ ਦੋਹੇ ਜਾਂ ਸ਼ਬਦਾਂ ਦਾ ਉਚਾਰਨ ਕਰਦਾ ਹੈ। ਆਪਣੀ ਗੱਲਬਾਤ ਵਿੱਚ ਵੀ ਉਹ ਗੁਰਬਾਣੀ ਦੇ ਬੜੇ ਸਾਰੇ ਉਦਾਹਰਣ ਦੇ ਕੇ, ਢੁਕਵੇਂ ਉਦਾਹਰਣ ਦੇ ਕੇ, ਸਹੀ ਉਦਾਹਰਣ ਦੇ ਕੇ ਉਹ ਘਰਦਿਆਂ ਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਨਹੀਂ ਉਹ ਅਧਿਆਤਮਕ ਉਸ ਨੂੰ ਗਿਆਨ ਕਾਫੀ ਹੈ। अगली गल है कि उस दियां गल्लां बड़ियां प्रभावित करने वाली ने। वो अपने आप बड़ा निमर जड़ा पेश करता है। जदों उसका गुरु यानी मोहनधारी जमीन ते बह जाता है तो वह भी उस दे नाल ही हेठां जमीन ते बहन की गल करता है। वो अपने उस्ताद यानी अपने गुरु जी तो उत्ते नहीं बहना चाहता, यानी वो निमर है और भुंजे बह जाता है भी वो आग्याकार एक चेले वर्गा नज़र आता है। हुण वो चुस्त है, वो वार्तालाप उसकी गलबात इस तरह की है कि वह घरदिआं नूं शक ही नहीं होण दिंदा कि वो साधु के पेश एक पुलिस वाला एक हवलदार है और बड़ी समझदारी नाल घर विच हो रहे कलेश बारे गल करदा है। इस घर विच किसी नूं बहुत ज़्यादा कष्ट है इसकी गल करदा है। यानी गल्लां विच उस घर विच लुके हुए मदन नूं बाहर लिया के उसनूं गिरफ्तार करना या कैद कर लेना चाहता है। इस काम विच वो सफल हुंदा है जदों वो अपनी गल्लां दे प्रभाव विच उस गल्लां दे तिलस्मी जादू विच फसा के मदन नूं बाहर कढ के या मदन नूं बाहर आने लई मजबूर करके उसनूं कैद कर लैंदा है। उस तो बाद असीं गल करदे हां हरीचंद दी। फिर असीं गल होई करांगे भी हरीचंद इकांगी मोहनधारी दा खास अहम महत्वपूर्ण, तिन्हां च कोई भी लिख सकते हैं। महत्वपूर्ण च स्पैलिंग गलत हो सकती है, इस करके इसनूं अवॉइड करो। अहम लिख सकते हो, हाहे नूं सिहारी है, ऐड़ा खाली है। इस तो अलावा खास सब तो ईजी है। खास पात्र है जिसनूं इकांगीकार ईश्वर चंद्र नंदा ने बड़े सुचज्जे तरीके नाल उलीकिया है। फिर असीं कहांगे हरीचंद इस नाटक में 60 कुछ साल की उम्र का बजुर्ग है। उसके फिर परिवार बारे लिखांगे। उसकी पत्नी का नाम राम प्यारी है। उसका एक जवान मुंडा नाम है किशोर, सरकारी दफ्तर में काम करता है तो सरकार वालों मिले हुए सरकारी क्वार्टर में वो उस नाल रहिंदा है। इस तरह वो सरकारी घर में रहिंदा है। जो असीं पहरावे की गल करांगे असीं कहांगे भी उसने सिर ते साफा बद्धा है, हाथी सोटी फड़ी हुई है। सिर ते बन्ने साफे का जो शमला उच्चा उठा है, तुरला जिहड़ा पिछे छड्डिया है। उसने गुरगाबी वर्गे स्लीपर पाए हुए ने। उसका लम्मा कोट है और खुला पजामा पाया, उसका पहरावा असीं इस दे नाल ही देंगे। उस पर असीं गल करांगे वो बीमार है। किदां पता लगता है भी इकांगी या नाटक के आरंभ विच भी वो मिक्सचर वाली यानी दवाई वाली शीशी हाथ च फड़ के बाहर निकलन लगता है। फिर जो वापस आंदा फिर पता लगता है उसनूं बड़ियां सारियां बीमारियां ने। किहड़ियां बीमारियां ने?
ਇੱਥੇ ਲਿਖਿਆ ਹੈ ਦਿਲ ਦੀ ਖਰਾਬੀ, ਖੂਨ ਦੀ ਕਮੀ, ਦਿਲ ਦੀ ਧੜਕਣ, ਫੇਫੜੇ ਦੀ ਖਰਾਬੀ, 12 ਮਾਸੀ ਜ਼ੁਕਾਮ, ਯਾਨੀ ਉਸ ਨੂੰ ਕੋਈ ਨਾ ਕੋਈ ਸਾਰੇ ਸਰੀਰ 'ਚ ਕਿਤੇ ਨਾ ਕਿਤੇ ਕੋਈ ਨਾ ਕੋਈ ਬਿਮਾਰੀ ਹੈ। ਅਗਲੀ ਗੱਲ ਉਸ ਬਾਰੇ ਕਰਾਂਗੇ ਹਰੀਚੰਦ ਬਾਰੇ ਵੀ ਉਹ ਸੁਭਾਅ ਦਾ ਬੜਾ ਚਿੜਚਿੜਾ ਹੈ, ਜਦੋਂ ਪਿੱਛੋਂ ਆਵਾਜ਼ ਮਾਰੀ ਉਸ ਨੂੰ ਖਿੱਚ ਕੇ ਪੈਂਦਾ ਹੈ। ਇਸ ਤੋਂ ਇਲਾਵਾ ਉਹ ਵਹਿਮੀ ਸੁਭਾਅ ਦਾ, ਵਹਿਮੀ ਇਸ ਕਰਕੇ ਹੈ ਕਿਉਂਕਿ ਜਦੋਂ ਉਹਦੀ ਘਰ ਵਾਲੀ ਉਹਨੂੰ ਪਿੱਛੋਂ ਆਵਾਜ਼ ਮਾਰਦੀ ਹੈ ਰਾਮ ਪਿਆਰੀ, ਤਾਂ ਉਸ ਨੂੰ ਲੱਗਦਾ ਵੀ ਇਸ ਦੇ ਆਵਾਜ਼ ਮਾਰਨ ਕਰਕੇ ਮੈਨੂੰ ਇੰਨੇ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਡਾਕਟਰ ਨੇ ਦੱਸ ਦਿੱਤੀਆਂ। ਅਗਲੀ ਗੱਲ ਹੈ ਮਖੌਲੀਆ ਬੜਾ ਹੈ, ਹਰ ਗੱਲ ਤੇ ਉਹ ਮਖੌਲ ਕਰਦਾ ਹੈ। ਉਸਦੇ ਮਖੌਲ ਦਾ ਜੋ ਪ੍ਰਭਾਵ ਹੈ ਉਹ ਨਾਟਕ ਨੂੰ ਬੜਾ ਰੋਚਕ ਔਰ ਚੁਸਤ ਬਣਾ ਦਿੰਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਜੋ ਹਰੀਚੰਦ ਹੈ ਉਹ ਹਾਸ ਰਸ ਵਾਲੀਆਂ ਗੱਲਾਂ ਕਰਕੇ ਇਸ ਨਾਟਕ ਨੂੰ ਬੜਾ ਸੁਖਾਵਾਂ ਬਣਾ ਦਿੰਦਾ ਹੈ। ਇਸ ਤੋਂ ਇਲਾਵਾ ਉਹ ਸਾਧੂ ਜਨਾਂ ਦਾ, ਸਾਧੂ ਸੰਤਾਂ ਮਹਾਤਮਾ ਦਾ ਸਤਿਕਾਰ ਕਰਨ ਵਾਲਾ ਹੈ ਤੇ ਆਪਣੇ ਮੁੰਡੇ ਕਿਸ਼ੋਰ ਨੂੰ ਜਦੋਂ ਕਿ ਉਹ ਸਾਧੂਆਂ ਬਾਰੇ ਅਪਸ਼ਬਦ ਬੋਲਦਾ ਉਸ ਨੂੰ ਰੋਕਦਾ ਟੋਕਦਾ ਹੈ, ਉਸ ਨੂੰ ਝਿੜਕਦਾ ਹੈ। ਅਗਲਾ ਹੈ ਚਰਿੱਤਰ ਪਾਤਰ, ਉਹ ਹੈ ਮੋਨਧਾਰੀ। ਫਿਰ ਅਸੀਂ ਕਹਾਂਗੇ ਮੋਨਧਾਰੀ ਨਾਂ ਦਾ ਸਾਧੂ ਇਕਾਂਗੀ ਮੋਨਧਾਰੀ ਦਾ ਮੁੱਖ ਪਾਤਰ ਹੈ ਜਾਂ ਅਹਿਮ ਪਾਤਰ ਹੈ ਜਾਂ ਖਾਸ ਪਾਤਰ ਹੈ, ਜਿਸ ਨੂੰ ਇਕਾਂਗੀਕਾਰ ਈਸ਼ਵਰ ਚੰਦ ਨੰਦਾ ਨੇ ਬੜੇ ਸੁਚੱਜੇ ਤਰੀਕੇ ਨਾਲ ਉਲੀਕਿਆ ਹੈ। ਫਿਰ ਅਸੀਂ ਲਿਖਾਂਗੇ ਇਸ ਇਕਾਂਗੀ ਵਿੱਚ ਆਰੰਭ ਵਿੱਚ ਜੋ ਮੋਨਧਾਰੀ ਹੈ ਇੱਕ ਮੌਨ ਧਾਰਨ ਕੀਤੇ ਹੋਏ ਚੁੱਪ ਰਹਿਣ ਵਾਲੇ ਸ਼ਾਂਤ ਸਾਧੂ ਦੇ ਤੌਰ ਤੇ ਘਰ 'ਚ ਪ੍ਰਵੇਸ਼ ਕਰਦਾ ਹੈ। ਉਸ ਦੇ ਪਹਿਰਾਵੇ ਦੀ ਗੱਲ ਕਰਾਂਗੇ। ਬੁੱਕ 'ਚ ਲਿਖਿਆ ਹੈ ਵੀ ਉਹ ਸੁੱਕੜ ਔਰ ਕੀਂਗੜ ਜਿਹਾ, ਇਹ ਬੜਾ ਕਮਜ਼ੋਰ ਜਿਹਾ ਬੰਦਾ ਹੈ ਅਤੇ ਜੋ ਉਸ ਦਾ ਪਹਿਰਾਵਾ ਹੈ ਉਹ ਸਾਧੂਆਂ ਵਾਲਾ ਹੈ। ਹੁਣ ਉਸ ਦਾ ਮਨੋਰਥ ਕੀ ਹੈ? ਉਸ ਨੇ ਮੌਨ ਇਸ ਕਰਕੇ ਧਾਰਨ ਕੀਤਾ ਹੋਇਆ ਹੈ ਤਾਂ ਕਿ ਉਹ ਕਿਸੇ ਉਸ ਪਰਿਵਾਰ ਤੇ, ਯਾਨੀ ਜਿਸ ਪਰਿਵਾਰ ਵਿੱਚ ਉਹ ਐਂਟਰ ਕੀਤਾ ਹੈ, ਰਾਮ ਪਿਆਰੀ ਤੇ ਹਰੀਚੰਦ ਦੇ ਪਰਿਵਾਰ ਵਿੱਚ ਉਸਨੇ ਉਸ ਘਰ ਵਿੱਚ ਪ੍ਰਵੇਸ਼ ਕੀਤਾ ਹੈ ਤੇ ਆਪਣੇ ਮੌਨ ਧਾਰਨ ਕਰਨ ਵਾਲੇ ਸੰਕਲਪ ਨਾਲ ਉਹ ਉਸ ਪਰਿਵਾਰ ਤੇ ਪ੍ਰਭਾਵ ਪਾਉਣਾ ਚਾਹੁੰਦਾ ਹੈ। ਤੇ ਉਸ ਦੀ ਜੋ ਸਿਫਤ ਹੈ, ਉਸਦਾ ਜਿਹੜਾ ਚੇਲਾ ਹੈ ਯਾਨੀ ਸਾਧੂ ਜਿਹੜਾ ਬਣਾ ਹਵਲਦਾਰ ਹੈਗਾ, ਤੇ ਉਹ ਕਰਦਾ ਵੀ ਇਹ ਮੌਨ ਧਾਰਨ ਕੀਤੀ ਹੈ, 10 ਦਿਨਾਂ ਬਾਅਦ ਮੌਨ ਧਾਰਨ ਕਰਨਗੇ, ਸਭ ਦਾ ਭਲਾ ਕਰ ਦੇਣਗੇ। ਇਸ ਤਰ੍ਹਾਂ ਦੇ ਜਿਹੜੀ ਚੀਜ਼ਾਂ ਨੇ ਨਾ ਉਹ ਮੌਨਧਾਰੀ ਦੇ ਬਾਰੇ ਇਸ ਨਾਟਕ ਵਿੱਚ ਆਉਂਦੇ ਨੇ। ਉਹਦਾ ਮਨੋਰਥ ਕੀ ਹੈ? ਉਹਦਾ ਮਨੋਰਥ ਹੈ ਵੀ 48,000 ਦਾ ਗਬਨ ਕਰਕੇ ਭੱਜੇ ਹੋਏ ਮਦਨ ਲਾਲ ਨੂੰ ਫੜਨਾ। ਉਸ ਨੂੰ ਜਦੋਂ ਪਤਾ ਲੱਗਦਾ ਕਿ ਉਹ ਅਪਰਾਧੀ ਮਦਨ ਲਾਲ ਇਸ ਘਰ ਵਿੱਚ ਆ ਕੇ ਲੁਕਿਆ ਹੈ ਤਾਂ ਸਾਧੂ ਦਾ ਭੇਸ ਧਾਰਨ ਕਰਕੇ ਆਪਣੇ ਸਾਥੀ ਨਾਲ ਘਰ ਵਿੱਚ ਪ੍ਰਵੇਸ਼ ਕਰਦਾ ਹੈ। ਉਹਦਾ ਸਾਥੀ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕਰਕੇ ਪ੍ਰਭਾਵਿਤ ਕਰਕੇ ਤੇ ਦੀਪ ਚੰਦ ਦਾ ਜਿਹੜਾ ਮਨੋਰਥ ਹੈ ਉਸ ਨੂੰ ਪੂਰਾ ਕਰਦਾ ਹੈ ਤੇ ਉਹ ਫਿਰ ਆਪਣੇ ਅਸਲੀ ਪਹਿਰਾਵੇ ਵਿੱਚ ਆ ਕੇ, ਆਪਣੇ ਅਸਲੀ ਰੂਪ ਵਿੱਚ ਆ ਕੇ ਉਸ ਨੂੰ ਫੜ ਲੈਂਦੇ ਨੇ। ਇਹ ਵੀ ਲਿਖਾਂਗੇ ਕਿ ਉਹ ਸਫਲ ਸੂਈਆ ਹੈ। ਉਸਨੇ ਸੂਈਏ ਦੇ ਤੌਰ ਤੇ ਇੱਕ ਸਾਧੂ ਦਾ, ਮੌਨ ਧਾਰਨ ਕੀਤੇ ਹੋਏ ਸਾਧੂ ਦਾ ਉਸਨੇ ਭੇਖ ਲਿਆ, ਪਹਿਰਾਵਾ ਕੀਤਾ ਤੇ ਉਹ ਆਪਣੇ ਇਸ ਮਕਸਦ ਵਿੱਚ ਕਾਮਯਾਬ ਹੋ ਕੇ ਤੇ ਮਦਨ ਨੂੰ ਫੜ ਕੇ ਗ੍ਰਿਫਤਾਰ ਕਰ ਲੈਂਦਾ ਹੈ। ਇਹ ਵੀ ਲਿਖ ਸਕਦੇ ਹਾਂ ਵੀ ਬਹੁਤ ਚੁਸਤ ਹੈ। ਜਿੱਦਾਂ ਹੀ ਸਾਧੂ ਯਾਨੀ ਹਵਲਦਾਰ ਉਸ ਨੂੰ ਪਕੜਦਾ ਹੈ, ਆਪਣੀ ਨਕਲੀ ਦਾੜੀ ਲਾ ਕੇ ਆਪਣੇ ਝੋਲੀ ਵਿੱਚੋਂ ਰਿਵਾਲਵਰ ਕੱਢ ਕੇ ਤਾਣ ਦੇ ਸਾਵਧਾਨ ਕਰਦਾ ਹੈ। ਇਹ ਜੋ ਸਾਰਾ ਕੰਮ ਹੈ ਇਹ ਬੜੇ ਮਿੰਟਾਂ ਸਕਿੰਟਾਂ ਵਿੱਚ ਪੂਰਾ ਕਰਦਾ ਹੈ, ਉਹ ਬੜਾ ਚੁਸਤ ਹੈ। ਫਿਰ ਅਸੀਂ ਗੱਲ ਕਰਾਂਗੇ ਅਗਲੇ ਪਾਤਰ ਦੀ, ਉਹ ਹੈ ਮਦਨ ਲਾਲ। ਫਿਰ ਅਸੀਂ ਗੱਲ ਕਰਾਂਗੇ ਕਿ ਮਦਨ ਲਾਲ ਇਕਾਂਗੀ ਮੋਨਧਾਰੀ ਦਾ ਬੜਾ ਅਹਿਮ, ਖਾਸ, ਮਹੱਤਵਪੂਰਨ ਪਾਤਰ ਹੈ, ਜਿਸ ਨੂੰ ਇਕਾਂਗੀਕਾਰ ਈਸ਼ਵਰ ਚੰਦਰ ਨੰਦਾ ਨੇ ਬੜੇ ਸੁਚੱਜੇ ਢੰਗ ਨਾਲ ਘੜਿਆ ਹੈ, ਬੜੇ ਸੁਚੱਜੇ ਢੰਗ ਨਾਲ ਘੜਿਆ ਹੈ। ਫਿਰ ਅਸੀਂ ਲਿਖਾਂਗੇ ਮਦਨ ਲਾਲ ਦੀ ਉਮਰ 30-32 ਸਾਲ ਹੈ। ਉਹ ਰਾਮ ਪਿਆਰੀ ਦਾ ਭਣੇਵਾਂ ਜਾਂ ਭਾਣਜਾ ਲੱਗਦਾ ਹੈ, ਯਾਨੀ ਭਾਵ ਕਿ ਉਹ ਰਾਮ ਪਿਆਰੇ ਦੀ ਭੈਣ ਗਿਆਨੋ ਦਾ ਮੁੰਡਾ ਹੈ। ਰਾਮ ਪਿਆਰੀ ਦੀ ਭੈਣ ਗਿਆਨੋ ਦਾ ਮੁੰਡਾ ਹੈ। ਉਸਦੇ ਪਹਿਰਾਵੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਫਿਰ ਪੁਸਤਕ ਵਿੱਚ ਲਿਖਿਆ ਹੈ, ਇਸ ਲਿਖਿਆ ਹੈ ਮਦਨ ਲਾਲ ਦਾ ਹੁਲੀਆ ਵਿਗੜਿਆ ਹੈ, ਤੇੜ ਅੱਧ ਮੈਲਾ ਪਜਾਮਾ ਹੈ, ਕਮੀਜ਼ ਦਾ ਉਤਲਾ ਬਟਨ ਟੁੱਟਾ ਹੈ, ਕੋਟ ਵਿੱਚੋਂ ਲੱਭਦਾ ਪਿਆ ਹੈ, ਸਿਰ ਤੇ ਪਗੜੀ ਜਿਹੜੀ ਬਹੁਤ ਸਾਫ਼ ਨਹੀਂ ਬੱਧੀ, ਉਹਦੇ 'ਚ ਮੱਥੇ ਤੇ ਪੱਟੀ ਬੰਨੀ ਹੋਈ ਹੈ ਔਰ ਉਹ ਚਿੰਤਾ ਅਤੇ ਫਿਕਰ ਦਾ ਮਾਰਿਆ ਹੋਇਆ ਨਜ਼ਰ ਆਉਂਦਾ ਹੈ। ਫਿਰ ਜਿਹੜੀ ਉਹ ਕਹਾਣੀ ਸੁਣਾਉਂਦਾ ਹੈ, ਆਪਣੇ ਬਾਰੇ ਸਟੋਰੀ ਸੁਣਾਉਂਦਾ, ਉਸੇ ਦੱਸਦਾ ਕਿ ਉਹ ਆਪਣੇ ਬੇਅਕਲੀ ਕਰਕੇ, ਆਪਣੀ ਮੂਰਖਤਾ ਕਰਕੇ ਗਬਨ ਦੇ ਇਸ ਮਾਮਲੇ ਦਾ ਸ਼ਿਕਾਰ ਹੋ ਗਿਆ ਤੇ ਉਹ ਆਪਣੇ ਆਪ ਨੂੰ ਚਿੰਤਾ ਵਿੱਚ ਗ੍ਰਸਿਤ ਕਹਿੰਦਾ ਤੇ ਕਹਿੰਦਾ ਉਹ ਮੁਕੱਦਰ ਤੇ ਵੀ ਯਕੀਨ ਕਰਦਾ ਵੀ ਉਹਦੇ ਮੱਥੇ ਦੇ ਲੇਖਾਂ ਨੇ ਉਸ ਨੂੰ ਇਸ ਅਪਰਾਧ ਵਿੱਚ ਫਸਾਇਆ ਹੈ। ਆਪਣੇ ਆਪ ਨੂੰ ਬੇਅਕਲ ਕਹਿੰਦਾ ਔਰ ਆਪਣੇ ਆਪ ਨੂੰ ਲਾਲਚੀ ਕਹਿੰਦਾ, ਕਿਉਂਕਿ ਉਸਨੇ 48,000 ਦੇ ਗਬਨ ਵਿੱਚ ਜੋ ਆਪਣਾ ਉਸਦਾ ਮਿੱਤਰ ਹੈ, ਯਾਨੀ ਉਸਦੇ ਦਫ਼ਤਰ ਵਿੱਚ ਕੰਮ ਕਰਨ ਵਾਲਾ ਹੈ, ਉਹ ਅੱਧੋ ਅੱਧ ਤੇ ਮੰਨ ਗਿਆ। ਉਸਨੇ ਗਬਨ ਦੋਹਾਂ ਨੇ ਮਿਲ ਕੇ ਕੀਤਾ। ਆਪਣੇ ਦਫ਼ਤਰ ਦੇ ਕਲਰਕ ਭੂਸ਼ਣ ਦੀਆਂ ਗੱਲਾਂ ਵਿੱਚ ਆ ਕੇ ਉਸਨੇ ਇਹ ਗਬਨ ਕੀਤਾ, ਪਰੰਤੂ ਹੁਣ ਉਹ ਲੁਕਦਾ ਫਿਰਦਾ ਹੈ ਕਿਉਂਕਿ ਭੂਸ਼ਣ ਨੇ ਸਾਰੀ ਰਕਮ ਦੀ ਜੋ ਜ਼ਿੰਮੇਵਾਰੀ ਹੈ ਉਹ ਇਸ ਮਦਨ ਲਾਲ ਤੇ ਪਾ ਦਿੱਤੀ ਹੈ ਤੇ ਉਸ ਕੇਸ ਵਿੱਚ ਭਾਵੇਂ ਅਪਰਾਧੀ ਹੈ ਪਰ ਆਪਣੇ ਨੂੰ ਨਿਰਦੋਸ਼ ਸਾਬਿਤ ਕਰਨ ਦੇ ਚੱਕਰ ਵਿੱਚ ਪੁਲਿਸ ਤੋਂ ਡਰਦਾ ਡਰਦਾ ਆਪਣੀ ਮਾਸੀ ਰਾਮਪੇਰੇ ਦੇ ਘਰ ਆ ਕੇ ਲੁਕ ਜਾਂਦਾ ਹੈ। ਤੇ ਇੱਥੇ ਲਿਖਾਂਗੇ ਉਹ ਝੂਠਾ ਹੈ, ਕਿਉਂਕਿ ਜਦੋਂ ਉਹਨੂੰ ਪੁੱਛਦੇ ਆ ਵੀ ਕਿੱਥੋਂ ਆਇਆ, ਉਹ ਕਹਿੰਦਾ ਮੈਂ ਦੌਰੇ ਤੇ ਨਿਕਲਿਆ ਆ ਔਰ ਦੌਰੇ ਵਿੱਚ ਬੜੀਆਂ ਪਰੇਸ਼ਾਨੀਆਂ ਹੋ ਜਾਂਦੀਆਂ। ਇਸ ਤਰ੍ਹਾਂ ਉਹ ਆਪਣੀ ਗੱਲ ਨੂੰ ਛੁਪਾਉਣ ਲਈ ਬਹੁਤ ਝੂਠ ਬੋਲਦਾ ਹੈ।
अगला जिहड़ा पात्र चित्रण किशोर दा, फिर गल होई लिखांगे भी किशोर एकांगी मोहनधारी दा अहम खास महत्वपूर्ण, तिन्हां विचों कुछ भी लिख सकते हैं। पात्र है एकांगीकार ईश्वर चंद्र नंदा ने अपने वार्तालाप राहीं इसनूं बड़े सुचज्जे तरीके नाल इसनूं उलीकिया है। फिर असीं कहांगे भी किशोर इस नाटक विच इस एकांगी विच 30 कुछ साल का नज़र आता है। फिर असीं उसके परिवार की गल करांगे, परिवार बारे गल करांगे कि वो राम प्यारी ते हरी चंद का पुत्र है, वो सरकारी नौकर है अते सरकार वालों मिले एक क्वार्टर विच रहिंदा है। उत्थे वो शाम के समय अपने घर है वो आंदा अपनी नौकरी तो जिहड़ा वो फारिग होकर छुट्टी लैके। इत्थे भी लिख सकते हैं कि सरकारी नौकरी विच वो असिस्टेंट है। हुण यह गल है भी वो बड़ा विवेकी है, बड़ा ज्ञानवान है, पढ़िया लिखिया होने करके अजकल के माहौल का होने करके वो पखंड नूं बड़ी नफरत करता है। वो पखंडी बाबियां नूं, साधुआं महात्मा नूं वो बड़ी नफरत करता है। उसनूं लगता है कि इस दुनिया जितने भी साधु घूम रहे हैं सारे पाखंडी ने और पैसे खातर बेईमानी करते हैं, कपट करते हैं और लोगों को बहला फुसला के या उन्होंने मार देंगे ने। इस तरह इन्हां पखंडियां तो सानूं दूर रहना चाहिए। अपने माहौल तो चेतन है, उसनूं पता लगता है कि अखबार में लिखा होया सी भी 2 अपराधी जेल तो फरार हो गए ने और इन्हां 2 साधुआं वर्गा हुलिया ही लगता है। इस करके वो 2 साधुआं जिहड़े कि असल विच पुलिस के मुलाजम ने इंस्पैक्टर दीपचंद ते हवलदार ते उन्होंने वो सोचता है कि वही जेल तो फरार होए अपराधी ने। इसका मतलब वो माहौल तो चेतन है, वो बिल्कुल निडर है और बिल्कुल बेबाक है। अपनी गल नूं, अपने मन की गल नूं अपने पिता, अपनी माता और पराए किसी सामने भी कर सकता है क्योंकि वो विज्ञानिक और सूझवान दृष्टि का मालक है। इस तरह से देखा भी इस नाटक विच अनेक प्रश्न भी बनते हैं। संखेप प्रश्न तुसी इस नाटक में होर बहुत सारे कर सकते हो। पहला प्रश्न बनता है भी मोहनधारी एकांगी किसका लिखा है? ईश्वर चंद नंदा का, आई सी नंदा। फिर आ लिख सकते हैं, क्वेश्चन आ सकता है भी आई सी नंदा ईश्वर चंद्र नंदा का लिखा किहड़ा एकांगी तुहाडी पुस्तक च है? असीं लिखांगे मोहनधारी। फिर भी आ सकता है भी दीपचंद, राम प्यारी, साधु, हरीचंद, मदन लाल, किशोर ए किस एकांगी के पात्र ने? इस तरह भी आ सकता है भी इन्हां विचों किहड़ा एकांगी का पात्र नहीं है। उत्थे नाम हो सकते, एक नाम कोई बाहर का हो सकता है, मोहनधारी एकांगी दे विच नहीं है जिहड़ा वो हो सकता है। फिर प्रश्न आ सकता उम्रां बारे। राम प्यारे की उम्र नहीं लिखी, अधखड़ लिखी है। जो असी हरीचंद की गल करते हैं 60 साल, जो असी मदन लाल की गल करते हैं 30 तो 32 साल, क्योंकि लिखा उत्ते 30 है। जो अपने जबानी अपने मूँहों बोलते तो 32 साल दसदा है। किशोर की उम्र जी है वो 30 साल की है। इस तरह उम्रां बारे भी प्रश्न आ सकता है। इस मोहनधारी एकांगी विच बीमार कौन है? असी कहांगे उस विच जो बीमार है वो हरीचंद है। वो कित्थे रहिंदे ने? वो पुत्र यानी किशोर नूं मिले हुए सरकारी क्वार्टर विच रहिंदे ने। किशोर दफ्तर विच किहड़ी नौकरी करदा है? वो सरकारी दफ्तर विच असिस्टेंट दी नौकरी करदा है। एकांगी दे आरंभ विच जो राम प्यारी की कर रही है वो सब्जी चीर रही है। कित्थे बैठी है? पटरी ते बैठी है। साधु नूं कित्थे बैठण दी गल करदी है? वो कुर्सियां पलंग ते बैठण दी गल करदी है। साधु कित्थे बैठदे ने? साधु जमीन ते बैठदे ने। हाँ, सब तो खास भी जिस क्वार्टर विच वो रहिंदे ने उहदा नंबर की है? यह क्वेश्चन भी आ सकता है। उस क्वार्टर का नंबर तुहानूं लभेगा ही नहीं। जो शुरू च कुली समान रखण आंदा है वो 14 नंबर क्वार्टर की आवाज़ दिंदा है तो वह क्वार्टर का नंबर है 14 नंबर क्वार्टर। यह याद रखना, किते भुल ना जाना। मदन लाल ने कितना गबन किया सी? मदन लाल ने 48,000 रुपये का गबन किया सी। किस नाल मिलके? क्लर्क भूषण नाल मिलके। पैसा किसको सी? वो पैसा क्लर्क भूषण को सी, पर इल्जाम इत्ते लग्या सी। इदां दे बड़े सारे प्रश्न तुसीं होर कर सकते हो। एक होर खास प्रश्न है भी जो मदन लाल है किसका पुत्र है? वो राम प्यारे की भैन ज्ञानों का पुत्र है, यानी उसका भणेवा लगता है। साधु यानी हवालदार का शरीर किस तरह का है? वो बड़ा हट्टा कट्टा है और चुट मुट्टा है, यानी सिर उसका गंजा है। इंस्पैक्टर दीपचंद जिहड़ा मोहनधारी के रूप में है वह शरीर किस तरह का है? वह शरीर कमजोर जिहा और किंगड़ जिहा लगता है, यानी बहुत कमजोर जिहा शरीर है। राम प्यारी साधु आगे की रखती है? इत्थे लिखांगे फल। सारिया रोगों का जो इलाज है वो साधु की दसदा है? दान देना सारे रोगों का इलाज है। साधु दरअसल कौन हैं? दोवें साधु दरअसल पुलिस मुलाजम ने। एक है इंस्पैक्टर दीपचंद, एक है हवलदार, जिहड़े कि मदन नूं फड़न लई गबन के केस नूं सॉल्व कर लई, यानी उसनूं हल कर लई मदन नूं लभदे फिरदे ने। पुलिस ने मदन नूं किवें फड़िया? साधुआं दा भेस बना के फड़िया। इस तरह तुसीं देखिया भी इस एकांगी नूं पढ़दे जाओ, उस विच प्रश्न छांटदे जाओ तो अपनी समझ अनुसार तुसीं होर भी बड़े संखेप प्रश्न कर सकते हो। तुहानूं एकांगी किदां दा लगा, इसका सार तुसीं आप लिखो, इस दे प्रश्नों का अभ्यास करो और चंगे नंबर लैके पास होवो। मेरी यही कामना है। हुण इजाजत दिओ। वाहिगुरू जी का खालसा, वाहिगुरू जी की फतेह।
ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।